ਤੁਸੀਂ ਜਾ ਕੇ ਉਹਨਾਂ ਨੂੰ ਪੁਰਸਕਾਰ ਵਾਪਸ ਕੀਤਾ ਤੋਮਰ ਦੇ ਦਫ਼ਤਰ ਦੇ ਵਿੱਚ, ਉਹਨਾਂ ਦੇ ਹਾਵ ਭਾਵ ਕੀ ਸੀ, ਉਹਨਾਂ ਦਾ ਕਹਿਣਾ ਕੀ ਸੀਗਾ? ਉਹਦੇ ਦਫ਼ਤਰੀ ਬਾਬੂਆਂ ਨੂੰ ਅਸੀਂ ਆਪਣੇ ਪੁਰਸਕਾਰ ਵਾਪਸ ਦੇ ਆਏ, ਨਾਲ ਲਿਖ ਕੇ ਦੇ ਆਏ ਕਿ ਸਾਡਾ 18 ਲੱਖ ਰੁਪਇਆ ਤੁਸੀਂ ਆ ਵਾਪਸ। ਕਹਿੰਦੇ ਕੀ ਉਹਨਾਂ ਨੇ? ਤੁਹਾਨੂੰ ਇਹ ਨਹੀਂ ਕਿਹਾ ਵੀ ਨਾ ਕਰੋ ਜਾਂ ਕਾਨੂੰਨ ਤਾਂ ਬਹੁਤ ਠੀਕ ਆ ਜਿਵੇਂ ਉਹ ਕਰਦੇ ਹੀ ਹੁੰਦੇ ਡਰਾਮਾ ਜਾਂ ਤੁਹਾਨੂੰ ਕੁਝ ਕਿਹਾ ਕਿ ਨਹੀਂ? ਇਹੋ ਜਿਹਾ ਬੰਦਾ ਵੀ ਮੈਨੂੰ ਮਿਲਿਆ ਜਿਹਨੇ ਮੈਨੂੰ ਇਹ ਗੱਲ ਆਖੀ ਕਿ ਯਾਰ ਠੀਕ ਆ ਤੁਸੀਂ ਇਹ ਮੋੜ ਰਹੇ ਹੋ, ਇਹ ਇੱਕ ਟ੍ਰੈਂਡ ਚੱਲ ਪਿਆ। ਵੀਰ ਜੀ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੇ ਅੱਛੇ ਦਿਨ ਪੰਜਾਬ ਦੇ ਆਉਣਗੇ, ਕਿਉਂਕਿ ਜਵਾਨੀ ਜਾਗ ਚੁੱਕੀ ਹੈ ਇਸ ਵੇਲੇ, ਜਿਵੇਂ ਤੁਸੀਂ ਵੀ ਗੱਲ ਕੀਤੀ ਵੀ ਪਾਰਟੀਆਂ ਦੇ ਵਿੱਚ ਸਿਆਸੀ ਸਮੀਕਰਨ ਬਦਲਣਗੇ, ਸੋ ਪੰਜਾਬ ਦੁਬਾਰਾ ਤੋਂ ਸੋਨੇ ਦੀ ਚਿੜੀ ਬਣਨ ਦੀ ਆਸ ਹੈ? ਪਰ ਮੈਂ ਇਹ ਚਾਹੁੰਦਾ ਕਿ ਹੁਣ ਇਹ ਜਿਹੜਾ ਜੋਸ਼ ਆ ਇਹ ਸੰਭਾਲ ਕੇ ਰੱਖਣ। ਹੁਣ ਜਿਹੜੇ ਪੰਜਾਬ ਦੇ ਲੀਡਰ ਵੀ ਆ ਨਾ, ਉਹਨਾਂ ਨੂੰ ਵੀ ਸੋਚਣਾ ਪਵੇਗਾ ਜੇ ਅਸੀਂ ਕੰਮ ਨਾ ਕੀਤਾ ਅਸੀਂ ਤਾਂ ਇੱਥੇ ਆ ਕੇ ਦਿੱਲੀ ਫੜ ਲੈ, ਉਹ ਤਾਂ ਮੁੱਢ ਬੈਠੇ ਆ, ਫਿਰ ਜਦੋਂ ਮਰਜ਼ੀ ਧੌਣ ਨੱਪ ਲਾਂਗੇ। ਵੀਰ ਜੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਗੱਲਾਂ ਦੇ ਉੱਪਰ ਕਿੰਤੂ ਕੀਤਾ ਜਾ ਰਿਹਾ ਵੀ ਇਹ ਕੈਸਾ ਸੰਘਰਸ਼ ਹੋਇਆ, ਇਹ ਕੈਸਾ ਅੰਦੋਲਨ ਹੋਇਆ, ਲੱਤਾਂ ਘਟਵਾਉਂਦੇ ਨੇ। ਵੇਖੋ ਜੀ, ਉਹ ਜਿਹੜੇ ਸਾਡੇ ਵਿਰੋਧੀ ਨੇ, ਜਿਵੇਂ ਮੋਦੀ ਦੇ ਨੇ ਜਿਹੜੇ, ਉਹ ਸਾਡੇ ਵਿਰੋਧੀ ਨੇ, ਉਹਨਾਂ ਨੇ ਤੇ ਭਟਕਾਣਾ ਹੈ ਲੋਕਾਂ ਨੂੰ। ਵੀਰ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਿਹਤ ਦੇ ਉੱਪਰ ਕੋਈ ਅਸਰ ਹੋਏਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਰੋਸ ਵੱਧਦਾ ਜਾ ਰਿਹਾ ਹੈ, ਪੁਰਸਕਾਰ ਵਾਪਸ ਹੋ ਰਹੇ ਨੇ, ਉਹਨਾਂ ਦੀ ਸਿਹਤ ਤੇ ਕੋਈ ਅਸਰ ਹੋ ਰਿਹਾ ਇਸ ਚੀਜ਼ ਦਾ ਜਾਂ ਨਹੀਂ? ਜਦੋਂ ਸ਼ੇਰ ਦਹਾੜਦਾ ਨਾ, ਉਹਦੀ ਦਹਾੜ ਤੋਂ ਸਾਰਾ ਜੰਗਲ ਸਹਿਮ ਜਾਂਦਾ, ਇਸ ਕਰਕੇ ਅੱਜ ਸਹਿਮੇ ਹੋਏ ਆ। ਅਸੀਂ ਉਹ ਪੰਜਾਬੀ ਆ, ਅਸੀਂ ਉਹ ਪੰਜਾਬ ਦੇ ਪੁੱਤ ਆ ਜਿਹੜੇ ਪੰਜਾਬ ਦੇ ਪੁੱਤਾਂ ਦੇ ਖੂਨ ਦੇ ਵਿੱਚ ਸ਼ਾਮਾਂ ਉੱਤੇ ਬਾਲਣ ਦੀ ਹਿੰਮਤ ਆ। ਤੇ ਜਿਹੜੇ ਬੰਦੇ ਬਾਰ-ਬਾਰ ਮੈਂ ਇਹ ਕਹਿੰਦਾ ਕਿ ਬਾਰ-ਬਾਰ ਜਿਹੜੇ ਭੰਡਦੇ ਨੇ ਆ ਕੇ ਕਿ ਇਹ ਕਾਮਰੇਡ ਇਕੱਠੇ ਹੋ ਗਏ ਜੀ, ਇਹ ਮਾਓਵਾਦੀ ਇਕੱਠੇ ਹੋ ਗਏ ਜੀ, ਨੈਕਸਲਾਈਟ ਇਕੱਠੇ ਹੋ ਗਏ, ਆਪਣੀ ਲੀਡਰੀ ਚਮਕਾਉਣ ਡਏ ਆ, ਬੈਠੇ ਤੰਬੂ ਦੇ ਵਿੱਚ ਗੱਲਾਂ ਬੈਠੇ ਕਰਦੇ ਰਹਿੰਦੇ ਆ। ਹਾਜ਼ਰ ਹੈ ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਅਸੀਂ ਕੁੰਡਲੀ, ਸਿੰਘੂ ਜਾਂ ਫਿਰ ਟਿੱਕਰੀ ਬਾਰਡਰ ਤੋਂ ਅੱਜ ਦਾ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਵਕਤ ਅਸੀਂ ਕੁੰਡਲੀ ਦੇ ਵਿੱਚ ਆ, ਖਾਲਸਾ ਏਡ ਦੀ ਸਟਾਲ ਦੇ ਉੱਤੇ ਆ। ਅਸੀਂ ਇਸ ਤੋਂ ਪਹਿਲਾਂ ਵੀ ਕਈ ਵਾਰ ਦਿਖਾਇਆ, ਇੱਥੇ ਨੀਕਰਾਂ ਬਣਾਉਣਾ ਤੋਂ ਲੈ ਕੇ ਇੱਥੇ ਬਜ਼ੁਰਗਾਂ ਦੀ ਲੱਤਾਂ ਨੂੰ ਘੁੱਟਣ ਤੋਂ ਲੈ ਕੇ ਤੇ ਹੋਰ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਅਣਮੁੱਲੀਆਂ ਦਿੱਤੀਆਂ ਜਾ ਰਹੀਆਂ। ਹਰਮਨ ਜੀ ਕਿਵੇਂ ਲੱਗ ਰਿਹਾ ਸਾਰਾ ਕੁਝ ਦੇਖ ਕੇ? ਰਾਣਾ ਸਾਹਿਬ ਬਿਆਨ ਕਰਨਾ ਔਖਾ ਹੈ, ਸ਼ਬਦ ਜਿਹੜੇ ਨੇ ਉਹ ਥੋੜੇ ਪੈ ਜਾਂਦੇ ਨੇ, ਕਿਉਂਕਿ ਜੋ ਇੱਥੇ ਆ ਕੇ ਔਰ ਸਕੂਨ ਮਿਲਿਆ, ਜੋ ਲੋਕਾਂ ਦੇ ਮਨਾਂ ਦੇ ਵਿੱਚ ਪਿਆਰ ਵੇਖਣ ਨੂੰ ਮਿਲਿਆ, ਔਰ ਜਿਸ ਤਰੀਕੇ ਦੇ ਨਾਲ ਖਾਲਸਾ ਏਡ ਇੱਕ ਬਹੁਤ ਵੱਡਾ ਰੋਲ ਅਦਾ ਕਰ ਰਹੀ ਹੈ ਸਭ ਕੁਝ ਦੇ ਵਿੱਚ, ਉਹ ਵੇਖ ਕੇ ਵਾਕਈ ਮਨ, ਜਿਵੇਂ ਤੁਸੀਂ ਕਹਿੰਦੇ ਹੁੰਦੇ, ਸਵਾਦ ਗੜੂੰਦ ਹੋ ਗਿਆ। ਸਰਸ਼ਾਰ ਅਸੀਂ ਇੱਥੇ ਦੇਖੋ ਅੱਜ ਇੱਥੇ ਇਸ ਸਟਾਲ ਦੇ ਉੱਤੇ ਖਾਲਸਾ ਏਡ ਤੇ ਬਲਰਾਜ ਗਾਇਕ ਪਹੁੰਚੇ ਹੋਏ ਆ। ਬਹੁਤ ਸਾਰੇ ਕਲਾਕਾਰ, ਬਹੁਤ ਸਾਰੇ ਸਮਾਜ ਸੇਵੀ, ਵੱਖ-ਵੱਖ ਖੇਤਰਾਂ ਨਾਲ ਜੁੜੇ ਹੋਏ ਲੋਕ ਇੱਥੇ ਪਹੁੰਚਦੇ ਆ। ਆਪਾਂ ਇਸ ਵਕਤ ਜਦੋਂ ਬਲਰਾਜ ਹੋਰੀ ਸੇਵਾ ਕਰ ਰਹੇ ਆ ਤਾਂ ਉਹ ਅੱਜ ਇੱਥੇ ਸੰਤਰੇ ਵੰਡ ਰਹੇ ਆ। ਸੰਤਰਿਆਂ ਦੀ ਸੇਵਾ ਕੀਤੀ ਜਾ ਰਹੀ ਆ, ਕੱਲ ਜੂਸ ਦੀ ਸੇਵਾ ਵੀ ਕੀਤੀ ਗਈ ਸੀਗੀ। ਸੋ ਇਸੇ ਤਰੀਕੇ ਦੇ ਨਾਲ ਇਹ ਸੇਵਾ ਲਗਾਤਾਰਤਾ ਦੇ ਵਿੱਚ ਆ। ਪਰਲੇ ਪਾਰ ਮੈਂ ਦੇਖ ਕੇ ਆਇਆ, ਇੱਕ ਹਜਾਮਤ ਕਰਨ ਵਾਲਾ ਸਾਥੀ ਨੇ ਉਹ ਬੋਰਡ ਲਾਇਆ ਹੋਇਆ, ਇੱਥੇ ਪਹੁੰਚੇ ਹੋਏ ਸਾਥੀਆਂ ਦੀ ਹਜਾਮਤ ਮੁਫਤ ਦੇ ਵਿੱਚ ਕੀਤੀ ਜਾਂਦੀ ਹੈ। ਇਹ ਇੱਕ ਵੱਖਰੀ ਨਿਆਰੀ ਗੱਲ ਆ। ਵਾਸ਼ਿੰਗ ਮਸ਼ੀਨਾਂ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ, ਲੀੜੇ ਧੋਣ ਦੀ ਸੇਵਾ ਇੱਥੇ ਕੀਤੀ ਜਾਂਦੀ ਹੈ ਤੇ ਬਾਕੀ ਸਾਰੀਆਂ ਸੇਵਾਵਾਂ। ਬਲਰਾਜ ਬਾਈ ਜੀ ਕੀ ਹਾਲ ਨੇ? ਠੀਕ ਠਾਕ ਹੋ? ਬਹੁਤ ਵਧੀਆ ਬਾਈ ਜੀ, ਬਹੁਤ ਵਧੀਆ। ਤੁਹਾਡਾ ਟਾਣਾ ਸਾਹਿਬ ਤੁਸੀਂ ਸੁਣਾਓ ਕਿਵੇਂ? ਬਹੁਤ ਨਿੱਠ ਕੇ ਤੁਸੀਂ ਪਿਛਲੇ ਕਈ ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਹੋ, ਕੀ ਕੁਝ ਤੁਸੀਂ ਆਪਣੇ ਅੱਖੀਂ ਦੇਖਿਆ ਤੇ ਕੀ ਕਹਿਣਾ ਚਾਹੋਗੇ? ਟਾਣਾ ਸਾਹਿਬ, ਇਹ ਮਾਹੌਲ ਜਿੱਥੇ ਦੁੱਖ ਵਾਲੀ ਗੱਲ ਇਹ ਆ ਕਿ ਰੋਜ਼ ਕੋਈ ਨਾ ਕੋਈ ਕਿਸਾਨ ਜਿਹੜਾ ਸਾਡਾ ਇਸ ਸੰਘਰਸ਼ ਦੀ ਭੇਟ ਚੜ੍ਹ ਰਿਹਾ। ਪਹਿਲਾਂ ਤਾਂ ਜਿਹੜੇ ਵੀ ਸ਼ਹੀਦ ਹੋਇਆ ਕਿਸਾਨ, ਉਹਨਾਂ ਦੇ ਚਰਨਾਂ 'ਚ ਕੋਟ ਪ੍ਰਣਾਮ, ਮਾਲਕ ਉਹਨਾਂ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇਵੇ। ਇਹ ਸੰਘਰਸ਼ ਦਿਨ ਬ ਦਿਨ ਹੋਰ ਤਿੱਖਾ ਹੁੰਦਾ ਜਾ ਰਿਹਾ, ਪਰ ਇਹਨੂੰ ਹਾਲੇ ਹੋਰ ਤਿੱਖਾ ਕਰਨ ਦੀ ਲੋੜ ਹੈ। ਮੈਂ ਇਸੇ ਗੱਲ ਦੇ ਉੱਤੇ ਆਉਣ ਲੱਗਾ ਸੀਗਾ। ਸੰਘਰਸ਼ ਬਹੁਤ ਤਿੱਖਾ, ਲਗਾਤਾਰ ਭੈਣਾਂ ਵੀਰ ਆ ਜਾ ਰਹੇ ਆ, ਪਰ ਤੁਹਾਨੂੰ ਇਉਂ ਨਹੀਂ ਲੱਗਦਾ ਵੀ ਇਸ ਸੰਘਰਸ਼ ਦੇ ਵਿੱਚ ਇੱਕ ਖੜੋਤ ਆਈ ਆ? ਕਿਉਂਕਿ ਅਸੀਂ ਇੱਥੇ ਬੈਠੇ ਆ, ਅਸੀਂ ਆਪਦਾ ਪ੍ਰਸ਼ਾਦਾ ਪਾਣੀ ਇੱਥੇ ਛਕ ਰਹੇ ਹਾਂ, ਸੇਵਾ ਕਰ ਰਹੇ ਹਾਂ। ਕੇਂਦਰ ਦੀ ਸਰਕਾਰ ਤੇ ਕੋਈ ਅਸਰ ਨਹੀਂ। ਤੁਹਾਨੂੰ ਇਹ ਨਹੀਂ ਲੱਗਦਾ ਕਿ ਹੁਣ ਥੋੜਾ ਜਿਹਾ ਕੋਈ ਹਲੂਣਾ ਦੇਣ ਦੀ ਲੋੜ ਹੈ ਤਾਂ ਜੋ ਉਹ ਸੋਚਣ ਵੀ ਯਾਰ ਹੁਣ ਅਸੀਂ ਫਸ ਗਏ ਹਾਂ? ਇਹ ਬਿਲਕੁਲ ਭਾਜੀ, ਮੈਨੂੰ ਇਦਾਂ ਲੱਗਦਾ ਕਿ ਹਾਲੇ ਦਿੱਲੀ ਦੇ ਕਾਫੀ ਰੋਡ ਕਾਫੀ ਹਾਲੇ ਵੈਸੇ ਖੁੱਲੇ ਪਏ ਨੇ, ਜਿੱਥੋਂ ਨਾ ਹਾਲੇ ਵੀ ਆਵਾਜਾਈ ਜਾਰੀ ਆ। ਜੇ ਕਿਉਂਕਿ ਕਿਸਾਨ ਜਥੇਬੰਦੀਆਂ ਨੂੰ, ਕਿਉਂਕਿ ਸਾਰੇ ਜਥੇਬੰਦੀਆਂ ਦੇ ਦੱਸੇ ਹੋਏ ਮਾਰਗ ਅਨੁਸਾਰ ਹੀ ਚੱਲ ਰਿਹਾ। ਜੇ ਉਹ ਜਿਹੜੇ ਰੋਡ ਰਹਿੰਦੇ ਆ ਜੋ ਵੀ ਬੰਦ ਕਰ ਦਿੱਤੇ ਜਾਣ, ਥੋੜਾ ਜਿਹਾ ਹੋਰ ਤਿੱਖਾ ਹੋ ਜਾਊਗਾ
ਛੇਤੀ ਇਹਨਾਂ ਦੇ ਗੱਲ ਤੱਕ ਗੱਲ ਪਹੁੰਚੂਗੀ, ਨਹੀਂ ਤਾਂ ਹਾਲੇ ਇਦਾਂ ਲੱਗਦਾ ਕਿ ਉਹ ਵੇਸਲੇ ਜਿਹੇ ਹੋਏ ਆ ਵੀ ਠੀਕ ਆ ਇੱਥੇ ਬੈਠੇ ਆ, ਬੈਠੇ ਰਹਿਣ ਤੇ ਹੋਰ ਰਾਹ ਚੱਲਦੇ ਆ। ਜੇ ਉਹ ਰਾਹ ਵੀ ਬੰਦ ਕਰਾਂਗੇ ਮੈਨੂੰ ਲੱਗਦਾ ਹੋਰ ਫੈਸਲਾ ਕੁਨ ਨਤੀਜੇ ਵੱਲ ਜਾਵਾਂਗੇ ਆਪਾਂ। ਬਿਲਕੁਲ, ਕਿਉਂਕਿ ਮਹੀਨਾ ਹੋ ਚੱਲਿਆ ਇੱਥੇ ਆਇਆਂ ਨੂੰ, ਹੈ ਨਾ, ਔਰ ਉਸ ਤੋਂ ਬਾਅਦ ਵਿੱਚ ਸਿਰਫ ਇੱਥੇ ਲੋਕ ਆ ਰਹੇ ਨੇ, ਆਪਾਂ ਇੱਕ ਥਾਂ ਦੇ ਉੱਪਰ ਬੈਠ ਗਏ ਆ, ਜਿਹਦੇ ਨਾਲ ਮੈਨੂੰ ਲੱਗਦਾ ਵੀ ਕੇਂਦਰ ਸਰਕਾਰ ਦੀ ਕੰਨ ਤੇ ਜੂੰ ਨਹੀਂ ਰੇਂਗਣੀ, ਕਿਉਂਕਿ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ। ਠੰਡ ਦੇ ਵਿੱਚ ਅਸੀਂ ਬੈਠੇ ਆ, ਸਾਰਾ ਆਪਣਾ ਘਰ-ਬਾਰ ਛੱਡ ਕੇ ਅਸੀਂ ਬੈਠੇ ਆ, ਉਹ ਤਾਂ ਆਪਣੇ ਮਕਾਨਾਂ ਦੇ ਵਿੱਚ ਹਾਲੇ ਵੀ ਅੰਦਰ ਨੇ ਨਾ, ਸੋ ਉਹਨਾਂ ਨੂੰ ਜਗਾਉਣ ਦੇ ਲਈ ਇੱਕ ਵੱਡਾ ਹਲੂਣਾ ਦੇਣ ਦੀ ਲੋੜ ਹੈ। ਬਿਲਕੁਲ ਜੀ ਬਿਲਕੁਲ, ਮੈਨੂੰ ਲੱਗਦਾ ਕਿ ਛੇਤੀ ਜਲਦੀ ਕਿਸਾਨ ਜਥੇਬੰਦੀਆਂ ਇਸ ਗੱਲ ਤੇ ਉੱਤੇ ਆਉਣਗੀਆਂ, ਕਿਉਂਕਿ ਉਹਨਾਂ ਦੇ ਸਿਰ ਦੇ ਉੱਤੇ ਕੋਈ ਜੂੰ ਨਹੀਂ ਸਰਕਣ ਡਈ, ਤੇ ਉਹ ਤਾਂ ਹੀ ਬੈਠੇ ਆ ਕਿ ਜੋ ਬੈਠੇ ਕੇ ਸ਼ਾਇਦ ਇਦਾਂ ਮੁੜ ਜਾਣਗੇ, ਪਰ ਇਹ ਮੁੜਨ ਵਾਲੇ ਨਹੀਂ। ਹੁਣ ਤੁਸੀਂ ਦੇਖ ਲਓ ਕਿ ਤੁਹਾਨੂੰ ਲੱਗੇ ਰਿਹਾ ਕਿ ਮੁੜਨ ਵਾਲਾ ਪਹਿਲਾਂ ਰਸੋਈ ਢਾਬੇ ਤੱਕ ਸੀ, ਹੁਣ ਤਾਂ ਉਸ ਤੋਂ ਵੀ ਪਹਿਲੇ ਪਿੱਛੇ 4-5 ਕਿਲੋਮੀਟਰ ਦਾ ਜਾਮ ਲੱਗ ਗਿਆ। ਚਾਹੇ ਟਿੱਕਰੀ ਚੱਲ ਜਾਈਏ, ਚਾਹੇ ਗਾਜੀਪੁਰ ਚੱਲ ਜਾਈਏ, ਪਰ ਹਾਲੇ ਵੀ ਰੋਹਤਕ ਵਾਲਾ ਜਾਂ ਹੋਰ ਪਿੰਡਾਂ ਵਿੱਚ ਦੀ ਰੋਡ ਖੁੱਲ੍ਹੇ ਨੇ। ਜੇ ਉਹਨਾਂ ਨੂੰ ਵੀ ਪੂਰਾ ਬੰਦ ਕਰ ਦਿੱਤਾ ਜਾਵੇਗਾ ਤਾਂ ਮੈਨੂੰ ਲੱਗਦਾ ਛੇਤੀ ਇਹਨਾਂ ਦੇ ਨਕੇਲ ਕੱਸਾਂਗੇ। ਬਾਕੀ ਇੱਕ ਬੇਨਤੀ ਇਹ ਕਰਨਾ ਕਿ ਲੋਕ ਨਾ ਇੱਥੇ ਬੈਠੇ ਵੀ ਕਈ ਫੇਸਬੁੱਕ ਤੇ ਐਵੇਂ ਹੀ ਬੋਲ ਦਿੰਦੇ ਨੇ, ਆਹ ਹੋ ਗਿਆ ਜੀ, ਉਹ ਹੋ ਗਿਆ, ਕਦੀ ਕਾਮਰੇਟਾਂ ਬਾਰੇ ਬੋਲਣ ਲੱਗ ਪੈਂਦੇ ਨੇ, ਕਦੀ ਕਿਸੇ ਬਾਰੇ ਬੋਲਣ ਲੱਗ ਪੈਂਦੇ ਨੇ, ਪਰ ਉਹਨਾਂ ਨੂੰ ਇੱਕ ਤਾੜਨਾ ਆ ਕਿ ਤੁਸੀਂ ਜਿਹੜੇ ਜਥੇਬੰਦੀਆਂ ਦਾ ਸੰਘਰਸ਼ ਉਹਨਾਂ ਨੂੰ ਖਰਾਬ ਨਾ ਕਰੋ, ਬੰਦੇ ਬਣੋ। ਇੱਥੇ ਕੋਈ ਕਾਮਰੇਟ ਨਹੀਂ, ਕੋਈ ਅਕਾਲੀ ਨਹੀਂ, ਕੋਈ ਕਾਂਗਰਸੀ ਨਹੀਂ, ਸਾਰੇ ਆਪ ਮੁਹਾਰੇ ਆਏ ਹੋਇਆ ਤੇ ਕਿਸਾਨ ਜਥੇਬੰਦੀਆਂ ਦੀ ਰਹਿਨਮਾਈ ਦੇ ਹੇਠ ਇੱਥੇ ਆਏ ਆ। ਜੇ ਇਹ ਧਰਨਾ ਅੱਜ ਸਕਸੈਸ ਹੋ ਰਿਹਾ, ਇਹਦੇ ਵਿੱਚ ਜਿੰਨੇ ਵੀ ਆ ਕਿਸਾਨ ਜਥੇਬੰਦੀਆਂ ਆ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਆ। ਜੇ ਸਿਸਟਮੈਟਿਕ ਤਰੀਕੇ ਦੇ ਨਾਲ ਚੱਲੇ ਆ, ਪਿਛਲੇ 2-2.5 ਮਹੀਨੇ ਪੰਜਾਬ 'ਚ ਬੈਠੇ ਆ, ਇੱਥੇ ਆਏ ਆ, ਕੋਈ ਵੀ ਕਿਸੇ ਨੂੰ ਕੋਈ ਵੀ ਇੱਥੇ ਖਤਰਾ ਨਹੀਂ ਆ, ਸਾਰੇ ਅਮਨ ਪਸੰਦ ਤਰੀਕੇ ਨਾਲ ਬੈਠੇ ਆ। ਜਿਹੜੇ ਬੰਦੇ ਦਾ ਗਲਤ ਬੋਲ ਰਹੇ ਉਹਨਾਂ ਨੂੰ ਸਖਤ ਤਾੜਨਾ ਤੇ ਉਹ ਆਪਣੀ ਸੰਘਵਾਦੀ ਸੋਚ ਨੂੰ ਆਪਣੇ ਕੋਲ ਰੱਖਣ। ਇੱਕ ਮੈਂ ਬੇਨਤੀ ਕਰਨੀ ਚਾਹੁੰਦਾ ਆਪਣੇ ਕੈਮਰਾਮੈਨ ਸਾਥੀ ਨੂੰ ਵੀ ਸਾਰੇ ਪਾਸੇ ਘੁਮਾ ਕੇ ਦਿਖਾ ਰਹੇ ਹੋ ਦ੍ਰਿਸ਼ ਵੀ ਕਿਵੇਂ ਆ। ਬਲਰਾਜ ਬਾਈ, ਮੈਂ ਵੀ ਇਸ ਗੱਲ ਦੇ ਨਾਲ ਸਹਿਮਤ ਹਾਂ ਬਈ ਨਾ, ਅਸੀਂ ਰਾਤ ਦੇ ਵੇਲੇ ਮੈਂ ਤੇ ਹਰਮਨ ਜੀ ਨੇ ਸਾਡੀ ਟੀਮ ਨੇ ਦੇਖਿਆ ਬਈ ਪਿਛਲੇ ਪਾਸੇ ਭੰਗੜੇ ਪੈ ਰਹੇ ਆ, ਡੀਜੇ ਲਾਇਆ ਹੋਇਆ ਜਾਂ ਟਰੈਕਟਰ ਦੇ ਉੱਤੇ ਉੱਚੀ ਆਵਾਜ਼ਾਂ, ਇਦਾਂ ਦਾ ਕੁਝ ਅਸੀਂ ਨਾ ਕਰੀਏ। ਅਸੀਂ ਕੋਈ ਗੋਦੀ ਮੀਡੀਆ ਦੀ ਗੱਲ ਨਹੀਂ ਕਰਦੇ, ਅਸੀਂ ਕਿਸਾਨ ਪੱਖੀ ਆ, ਅਸੀਂ ਕਿਸਾਨਾਂ ਦੇ ਵਿੱਚੋਂ ਆ, ਕਿਸਾਨਾਂ ਦੇ ਵਿੱਚ ਆ ਕੇ ਕਵਰੇਜ ਕਰ ਰਹੇ ਆ, ਪਰ ਇਹੋ ਜੀ ਕੋਈ ਗੱਲ ਵੀ ਨਹੀਂ ਕਰਨੀ ਚਾਹੀਦੀ ਬਲਰਾਜ ਬਾਈ ਜਿਹਦੇ ਕਰਕੇ ਕੱਲ ਨੂੰ ਜਿਹੜਾ ਗੋਦੀ ਮੀਡੀਆ ਉਹਨੂੰ ਗੱਲ ਕਰਨ ਦਾ ਮੌਕਾ ਮਿਲੇ ਕਿ ਯਹਾਂ ਤੋਂ ਮौज ਮਸਤੀ ਕਰਨੇ ਆਏ ਥੇ। ਬਿਲਕੁਲ ਭਾਜੀ, ਲੋਕ ਤਾਂ ਜਿਹੜਾ ਗੋਦੀ ਮੀਡੀਆ ਤਾਂ ਲੱਭਦਾ ਪਿਆ ਇੱਥੇ ਕਮਜ਼ੋਰੀਆਂ ਕੀ ਆ। ਕਈ ਭਾਈ ਰਾਤ ਨੂੰ ਟਰੈਕਟਰ ਲਾ ਲੈਂਦੇ, ਉਹਨਾਂ ਨੂੰ ਬੇਨਤੀ ਆ, ਸਾਡੇ ਭਰਾ ਹੀ ਨੇ, ਪਰ ਮੈਂ ਚਾਹੁੰਦਾ ਕਿ ਕੋਈ ਵੀ ਡੈਕ ਨਾ ਲਾਵੇ। ਡੈਕ ਵਾਲਾ ਸਮਾਂ ਨਹੀਂ ਆ, ਮਹੀਨਾ ਹੀ ਪਹਿਲਾਂ ਤਾਂ ਸ਼ਹਾਦਤ ਵਾਲਾ ਛੋਟੇ ਸਾਹਿਬਜ਼ਾਦਿਆਂ ਦਾ, ਤੇ ਕੋਈ ਦੇਖੋ ਜਿਹੜੇ 9 ਸਾਲ ਤੇ 7 ਸਾਲ ਦੀ ਉਮਰ ਦੇ ਵਿੱਚ ਸ਼ਹੀਦ ਕਰ ਦਿੱਤੇ ਗਏ, ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਇਸੇ ਮਹੀਨੇ ਆਪਣੀ ਸ਼ਹੀਦੀ ਦਿੱਤੀ ਆ। ਜੇ ਆਪਾਂ ਇੱਥੇ ਰਾਤ ਨੂੰ ਡੈਕ ਲਾ ਕੇ ਖੌਰੂ ਪਾਵਾਂਗੇ ਉਹ ਤਾਂ ਗਲਤ ਗੱਲ ਆ। ਤੇ ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਇਹ ਜਿਹੜੀ ਜਿੱਤ ਆ ਆਪਾਂ ਨੂੰ ਮਿਲ ਜਾਣੀ ਆ। ਜਿੱਤ ਦੇ ਲਈ ਆਪਾਂ ਨੂੰ ਹੋਸ਼ ਹੁਣ ਰੱਖਣਾ ਪਊਗਾ, ਜੋਸ਼ ਅਸੀਂ ਦਿਖਾ ਦਿੱਤਾ। ਸਾਨੂੰ ਜਥੇਬੰਦੀਆਂ ਦੇ ਉੱਤੇ ਯਕੀਨ ਰੱਖਣਾ ਚਾਹੀਦਾ। ਤੇ ਜਿਹੜੇ ਬੰਦੇ ਬਾਰ-ਬਾਰ ਮੈਂ ਇਹ ਕਹਿੰਦਾ ਕਿ ਬਾਰ-ਬਾਰ ਜਿਹੜੇ ਭੰਡਦੇ ਨੇ ਆ ਕੇ ਕਿ ਇਹ ਕਾਮਰੇਡ ਇਕੱਠੇ ਹੋ ਗਏ ਜੀ, ਇਹ ਮਾਓਵਾਦੀ ਇਕੱਠੇ ਹੋ ਗਏ ਜੀ, ਨੈਕਸਲਾਈਟ ਇਕੱਠੇ ਹੋ ਗਏ, ਇੱਥੇ ਕੋਈ ਮਾਓਵਾਦੀ ਨਹੀਂ ਜੀ, ਕੋਈ ਕੁਛ ਨਹੀਂ। ਸਾਰੇ ਕਿਸਾਨ ਆਪ ਮੁਹਾਰੇ ਆਏ ਹੋਏ ਆ, ਇਕੱਲੇ ਕਿਸਾਨ ਨਹੀਂ ਹੁਣ ਆਏ, ਇੱਥੇ ਮਜ਼ਦੂਰ ਵੀ ਆ, ਦੁਕਾਨਦਾਰ ਵੀ ਆ, ਹਰੇਕ ਵਰਗ ਦਾ ਲੋਕ ਇੱਥੇ ਆਇਆ। ਇੱਥੇ ਕੋਈ ਕਿਸੇ ਦੇ ਝੰਡੇ ਦਾ ਕੋਈ ਰੌਲਾ ਨਹੀਂ। ਜਿਹੜੇ ਬੰਦੇ ਇਹ ਮੈਂ ਬਾਰ-ਬਾਰ ਉਹਨਾਂ ਨੂੰ ਤਾੜਨਾ ਕਰਦਾ ਸਖਤ ਸ਼ਬਦਾਂ ਵਿੱਚ, ਕਈ ਆਪਣੀ ਲੀਡਰੀ ਚਮਕਾਉਣ ਡਏ ਆ, ਬੈਠੇ ਤੰਬੂ ਦੇ ਵਿੱਚ ਗੱਲਾਂ ਬੈਠੇ ਕਰਦੇ ਰਹਿੰਦੇ ਆ, ਪਰ ਇਹ ਗੱਲਾਂ ਚੰਗੀਆਂ ਨਹੀਂ ਹੈ ਉਹਨਾਂ ਦੇ ਲਈ। ਅਸੀਂ ਇਹ ਚਾਹੁੰਦੇ ਹਾਂ ਕਿ ਸੱਚ ਇਹ ਆ ਕਿ ਦੇਖੋ ਲੋਕ ਠੰਡ ਵਿੱਚ ਮਰ ਰਹੇ ਆ। ਅਸੀਂ ਪਹਿਲੇ ਦਿਨ ਤੋਂ ਚੱਲੇ ਸੀ, ਜਿਸ ਦਿਨ 25 ਤਰੀਕ ਤੋਂ ਇਹ ਕਾਫਲਾ ਚੱਲਿਆ, ਸ਼ੰਭੂ ਬਾਰਡਰ ਤੋਂ ਲੈ ਕੇ ਅੱਜ ਤੱਕ ਇੱਥੇ ਸਾਡੇ ਪਿੰਡੋਂ ਬਿਲਗੇ ਤੋਂ ਵੀ ਬਹੁਤ ਟਰਾਲੀਆਂ ਆਈਆਂ ਸੀ। ਉਹ ਕਾਫਲਾ ਹਾਲੇ ਐਡਾ ਵੱਡਾ ਜੁੜਦਾ ਆ ਰਿਹਾ। ਇਹ ਜਿਹੜੇ ਬੰਦੇ ਇਹਨਾਂ ਤੋਂ ਤਾੜਨਾ, ਉਹਨਾਂ ਨੂੰ ਸਖਤ ਤਾੜਨਾ ਕਰਦੇ ਆ ਵੀ ਆਪਣੀ ਜਿਹੜੀ ਸੰਘਵਾਦੀ ਸੋਚ ਨੂੰ ਆਪਣੇ ਕੋਲ ਰੱਖੋ ਤੇ ਲੋਕਾਂ ਨੂੰ ਭੜਕਾਓ ਨਾ। ਨਹੀਂ, ਇੱਕ ਮੈਨੂੰ ਇਹ ਦੱਸੋ ਵੀ ਕਲਾਕਾਰ ਭਰਾਵਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਦੇ ਲਈ, ਪਰ ਕੁਝ ਕੁ ਨੌਜਵਾਨਾਂ ਦੀ ਅਗਵਾਈ ਕਰਨ ਵਾਲੇ ਜਿਹੜੇ ਨੇਤਾ ਉਹਨਾਂ ਨੂੰ ਕਿਸਾਨ ਜਥੇਬੰਦੀਆਂ ਪਸੰਦ ਨਹੀਂ ਕਰਦੀਆਂ। ਦੂਜੀ ਗੱਲ ਇਹ ਆ ਵੀ ਕਲਾਕਾਰ ਆ ਜਿਹੜੇ, ਤੁਸੀਂ ਕੀ ਮੰਨਦੇ ਹੋ ਕਿ ਆਉਂਦੇ ਸਮੇਂ ਦੇ ਵਿੱਚ ਆਪਣੀ ਗਾਇਕੀ ਦਾ ਮੁਹਾਂਦਰਾ ਬਦਲਣਗੇ, ਫਿਲਮਾਂ ਦਾ ਮੁਹਾਂਦਰਾ ਬਦਲੂ ਇਸ ਅੰਦੋਲਨ ਦੇ ਕਰਕੇ? ਇਹ ਤਾਂ ਤੁਹਾਨੂੰ ਨਜ਼ਰ ਆ ਰਿਹਾ ਹੋਣਾ ਟੈਣਾ ਸਾਹਿਬ, ਪਿਛਲਾ ਮਹੀਨਾ ਹੋ ਗਿਆ ਕੋਈ ਗਲਤ ਗਾਣਾ ਨਹੀਂ ਰਿਲੀਜ਼ ਹੋ ਰਿਹਾ ਤੇ ਲੋਕਾਂ ਨੇ ਆਪਣੀ ਸੋਚ ਬਦਲ ਲਈ। ਇੱਥੋਂ ਹੀ ਇਨਕਲਾਬ ਨਿਕਲਦਾ। ਮੈਨੂੰ ਤਾਂ ਲੱਗਦਾ ਕਿ ਇਸ ਸੰਘਰਸ਼ ਦਾ ਜਿਹੜਾ ਅਸਰ ਹੈ ਨਾ ਪੰਜਾਬ ਦੀ ਸਿਆਸਤ ਤੇ ਵੀ ਜ਼ਰੂਰ ਪਵੇਗਾ। ਲੱਗਦਾ ਹੈ ਕਿ ਜਿਹੜੀ ਉਹ ਰਵਾਇਤੀ ਪਾਰਟੀਆਂ ਤੂੰ ਆ ਜਾ ਮੈਂ ਆ ਜਾ, ਤੂੰ ਆ ਜਾ ਮੈਂ ਆ ਜਾ, ਸ਼ਾਇਦ ਉਹ ਚੋਂ ਵੀ ਬਾਹਰ ਆ ਸਕਣ। ਤੁਸੀਂ ਵੀ ਕੋਈ ਗਾਣਾ ਤਿਆਰ ਕੀਤਾ ਕਿ ਨਹੀਂ ਕਿਸਾਨੀ ਦੇ ਲਈ? ਹਾਂ ਬਿਲਕੁਲ, ਮੈਂ ਕੀਤਾ ਸੀ ਜੀ, ਜਾਗੋ। ਉਹ ਰਾਤ ਨੂੰ ਕਾਫੀ ਜਿਹੜੇ ਆਉਣ ਦਿਓ पंजाब हरियाणा कट्ठे होके आखण हम पाई पाई आ जी, हुण जागो आईया बल्ले बई, हुण जागो आईया। उठी लहर पंजाब चों, ओए उठी लहर पंजाब चों, दिल्ली पई धमकाई आ बई, हुण जागो आईया बल्ले बई, हुण जागो आईया। खालसा एड दे बारे, रवि सिंह होरां दे बारे की कहना चाहोगे? भाजी इन्हां लई कोई शब्द नहीं। ਇਹਨਾਂ ਦੀ ਜਿਹੜੀ ਸੇਵਾ ਹੈ ਨਿਸਕਾਮ ਹੈ,
ਕੋਈ ਸਵਾਰਥ ਨਹੀਂ ਇਹਨਾਂ ਦਾ। ਮੈਂ ਕਹਿੰਦਾ ਇਹੋ ਜੀ ਸੋਚ ਕਿਸੇ ਕਿਸੇ ਦੀ ਹੋ ਸਕਦੀ ਹੈ। ਰਵੀ ਸਿੰਘ ਹੋਣਾ ਨੂੰ ਜਿੰਨੀ ਵੀ ਉਹਨਾਂ ਦੀ ਸਿਫਤ ਕਰ ਲਈ ਹੈ, ਸਿਫਤ ਕਰਨਾ ਵੀ ਮੈਨੂੰ ਲੱਗਦਾ ਕਿ ਅਸੀਂ ਉਹਨਾਂ ਦੀ ਤੋਹੀਨ ਕਰਦੇ ਹਾਂ। ਵੀਰ ਜੀ ਤੁਹਾਨੂੰ ਕੀ ਲੱਗਦਾ ਕਿ ਹੁਣ ਜਿਹੜੇ ਅੱਛੇ ਦਿਨ ਪੰਜਾਬ ਦੇ ਆਉਣਗੇ, ਕਿਉਂਕਿ ਜਵਾਨੀ ਜਾਗ ਚੁੱਕੀ ਹੈ ਇਸ ਵੇਲੇ, ਜਿਵੇਂ ਤੁਸੀਂ ਵੀ ਗੱਲ ਕੀਤੀ ਵੀ ਪਾਰਟੀਆਂ ਦੇ ਵਿੱਚ ਸਿਆਸੀ ਸਮੀਕਰਨ ਬਦਲਣਗੇ, ਸੋ ਪੰਜਾਬ ਦੁਬਾਰਾ ਤੋਂ ਸੋਨੇ ਦੀ ਚਿੜੀ ਬਣਨ ਦੀ ਆਸ ਹੈ? ਉਹ ਗੱਲ ਇਹ ਆ ਵੀ ਸਾਡੇ ਬੰਦੇ ਛੇਤੀ ਵਾਲਾ ਮਾਰ ਲੈਂਦੇ, ਬਾਅਦ ਵਿੱਚ ਬਹਿ ਵੀ ਜਾਂਦੇ ਆ। ਪਰ ਮੈਂ ਇਹ ਚਾਹੁੰਦਾ ਕਿ ਹੁਣ ਇਹ ਜਿਹੜਾ ਜੋਸ਼ ਆ ਇਹ ਸੰਭਾਲ ਕੇ ਰੱਖਣ। ਮੈਂ ਨਹੀਂ ਕਹਿੰਦਾ ਮੈਂ ਕਿਸੇ ਪਾਰਟੀ ਦੀ ਉਹ ਤਰਫਦਾਰੀ ਨਹੀਂ ਕਰਦਾ। ਹੁਣ ਜਿਹੜੇ ਪੰਜਾਬ ਦੇ ਲੀਡਰ ਵੀ ਆ ਨਾ, ਉਹਨਾਂ ਨੂੰ ਵੀ ਸੋਚਣਾ ਪਵੇਗਾ, ਜੇ ਅਸੀਂ ਕੰਮ ਨਾ ਕੀਤਾ ਅਸੀਂ ਤਾਂ ਇੱਥੇ ਆ ਕੇ ਦਿੱਲੀ ਫੜ ਲਿਆ, ਉਹ ਤਾਂ ਮੁੱਢ ਬੈਠੇ ਆ, ਫਿਰ ਜਦੋਂ ਮਰਜ਼ੀ ਧੌਣ ਨੱਪ ਲਾਂਗੇ। ਕੰਮ ਕਰਨ ਦਾ ਨਜ਼ਰੀਆ ਚੇਂਜ ਹੋਊਗਾ, ਲੋਕਾਂ ਦਾ ਜਿਹੜਾ ਸੋਚਣ ਦਾ ਨਜ਼ਰੀਆ ਚੇਂਜ ਹੋਊਗਾ, ਲੀਡਰਾਂ ਪ੍ਰਤੀ ਲੋਕਾਂ ਦੀ ਸੋਚ ਬਦਲੇਗੀ। ਕੱਲੇ ਭੋਗਾਂ ਦੇ ਉੱਤੇ ਖੰਡ ਪਾਠਾਂ ਤੇ ਸੱਦਣ ਨਾਲ ਗੱਲ ਨਹੀਂ ਹੁਣ ਬਣਨੀ। ਜਿੰਨਾ ਚਿਰ ਕਿਸੇ ਲੀਡਰ ਨੇ ਕੋਈ ਕੰਮ ਨਹੀਂ ਕੀਤਾ ਉਹਨੂੰ ਕੋਈ ਮੂੰਹ ਨਹੀਂ ਲਾਊਗਾ। ਆਪਾਂ ਨਾ ਹੁਣ ਬੀਬੀਆਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਜੀ ਠੀਕ ਠਾਕ ਹੋ ਤੁਸੀਂ? ਹਾਂਜੀ ਠੀਕ ਠਾਕ। ਕੀ ਲੱਗ ਰਿਹਾ? ਦੇਖੋ ਕੁੜੀਆਂ ਦੀ ਗਿਣਤੀ ਵੀ, ਬੀਬੀਆਂ ਦੀ ਗਿਣਤੀ ਇੱਥੇ ਬਹੁਤ ਵੱਡੀ ਆ ਹਾਂਜੀ। ਤੇ ਇੱਥੇ ਆਪ ਸੇਵਾ ਕਰਕੇ ਖਾਲਸਾ ਏਡ ਦੇ ਉੱਤੇ ਕੀ ਮਹਿਸੂਸ ਕੀ ਕਰਦੇ? ਬਹੁਤ ਆਪਣੇ ਆਪ ਤੇ ਪ੍ਰਾਊਡ ਫੀਲ ਹੋ ਰਿਹਾ, ਬਹੁਤ ਅੱਛਾ ਲੱਗ ਰਿਹਾ, ਬਹੁਤ ਬਹੁਤ। ਕਦੇ ਜ਼ਿੰਦਗੀ ਦੇ ਵਿੱਚ ਤੁਸੀਂ ਇਸ ਤੋਂ ਪਹਿਲਾਂ ਵੀ, ਆਪਾਂ ਚਲੋ ਵੱਖ-ਵੱਖ ਧਾਰਮਿਕ ਥਾਵਾਂ ਦੇ ਉੱਤੇ ਤਾਂ ਜਾਂਦੇ ਆ, ਪਰ ਕਦੇ ਇਹੋ ਜਿਹਾ ਅੰਦੋਲਨ ਜਾਂ ਇਹੋ ਜਿਹਾ ਸੰਘਰਸ਼ ਕਦੇ ਵੇਖਿਆ ਸੀ ਕਿ ਨਹੀਂ? ਕਦੀ ਵੀ ਨਹੀਂ, ਲਾਈਫ ਟਾਈਮ ਚ ਮਤਲਬ ਪਹਿਲੀ ਵਾਰੀ ਹੈ ਪੂਰਾ। ਹਾਂਜੀ। ਤੁਸੀਂ ਕੁਝ ਕਹਿਣਾ ਚਾਹੋਗੇ? ਬਸ ਬਹੁਤ ਵਧੀਆ ਲੱਗ ਰਿਹਾ ਸਾਨੂੰ ਇੱਥੇ ਆ ਕੇ, ਇੰਨਾ ਜ਼ਿਆਦਾ ਮਾਣ ਮਹਿਸੂਸ ਹੋ ਰਿਹਾ ਹੈਗਾ ਕਿ ਅਸੀਂ ਐਕਸਪਲੇਨ ਹੀ ਨਹੀਂ ਕਰ ਸਕਦੇ ਹੈਗੇ, ਬਿਲਕੁਲ ਵੀ ਨਹੀਂ। ਦੇਖੋ ਜੀ, ਇਹ ਬੀਬੀਆਂ ਦਾ ਵੀ ਇਹ ਜਜ਼ਬਾ ਕਿ ਇਹੋ ਜਿਹੇ ਸੰਘਰਸ਼ ਹੁੰਦੇ ਰਹਿਣੇ ਚਾਹੀਦੇ ਆ। ਆਪਾਂ ਨਾ ਕੁਝ ਜਿਹੜੇ ਲੋਕਾਂ ਦੇ ਜਿਹੜੇ ਕਿ ਇੱਥੇ ਆਏ ਹੋਏ ਆ ਵੱਖ-ਵੱਖ ਥਾਵਾਂ ਤੋਂ, ਉਹਨਾਂ ਦੇ ਵੀ ਵਿਚਾਰ ਲਵਾਂਗੇ। ਜੀ ਬਿਲਕੁਲ। ਪਹਿਲਾਂ ਪਿੱਛੇ ਭਾਜੀ ਹੁਣਾਂ ਨਾਲ ਗੱਲਬਾਤ ਕਰ ਲੈਂਦੇ ਆ ਜੀ। ਵੀਰ ਜੀ ਕਿੰਨੇ ਦਿਨ ਹੋ ਗਏ ਤੁਹਾਨੂੰ ਇੱਥੇ ਆਏ? ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਅਸੀਂ ਜਦੋਂ ਸੰਘਰਸ਼ ਸ਼ੁਰੂ ਹੋਇਆ 25 ਤਰੀਕ ਤੋਂ ਨਾਲ ਜੁੜੇ ਆ। ਇੱਕ ਦੋ ਵਾਰੀ ਪਿੰਡ ਗਏ ਸੀ, ਦੁਬਾਰਾ ਫਿਰ ਪਾਸਰੋ ਤੋਂ ਇੱਥੇ ਹੀ ਆ। ਮੈਂ ਬਿਲਕੇ ਨਗਰ ਤੋਂ ਬਰਲਾਜ ਬਾਈ ਜੀ ਨਾਲ ਆਇਆ ਹਾਂ। ਤੇ ਜਿਵੇਂ ਮੈਂ ਦੇਖ ਰਿਹਾ ਹਾਂ ਅੰਦੋਲਨ ਜਿਹੜਾ ਨਾ, ਇਹ ਸਰਕਾਰ ਜੋ ਮਰਜ਼ੀ ਦਿਖਾਈ ਚੱਲੇ, ਇਹ ਅੰਦੋਲਨ ਇੱਕ ਜਿੱਤ ਪ੍ਰਾਪਤ ਕਰ ਚੁੱਕਾ ਹੈ। ਜੋ ਇਹ ਪਬਲਿਕ ਦਿਸਦੀ ਆ, ਸੰਗਤ ਦਿਸਦੀ ਆ, ਇਹ ਆਮ ਹੋ ਰਿਹਾ। ਇਹ ਕੋਈ ਲੀਡਰਸ਼ਿਪ ਨਹੀਂ ਪੋਲੀਟੀਕਲ, ਇਹ ਆਪਣੇ ਹੱਕ ਤੇ ਸੱਚ ਲਈ ਖੜੇ ਆ। ਤੇ ਤੁਸੀਂ ਬਲਰਾਜ ਭਾਈ ਹੋਰਾਂ ਦੀ ਉਸ ਗੱਲ ਨਾਲ ਸਹਿਮਤ ਹੋ ਕਿ ਵਾਕਈ ਇਸ ਅੰਦੋਲਨ ਦੇ ਵਿੱਚ ਹੁਣ ਖੜੋਤ ਆ ਚੁੱਕੀ ਹੈ, ਸਰਕਾਰਾਂ ਨੂੰ, ਕਿਸਾਨ ਜਥੇਬੰਦੀਆਂ ਨੂੰ ਕੁਝ ਕਰਨਾ ਚਾਹੀਦਾ ਹੈ? ਬਿਲਕੁਲ ਬਿਲਕੁਲ। ਇਹ ਜੋ ਜਥੇਬੰਦੀਆਂ ਆ, ਇਹਨਾਂ ਨੂੰ ਹੰਗਾਰਾ, ਇਹਨਾਂ ਨੂੰ ਹੋਰ ਡਟ ਕੇ ਇਹਨਾਂ ਦਾ ਵੱਧ ਸਹਿਯੋਗ ਦੇਣਾ ਚਾਹੀਦਾ ਆ। ਇਹ ਨਹੀਂ ਵੀ ਆਪਾਂ ਇਹਨਾਂ ਨੂੰ ਇਹਨਾਂ ਦੀਆਂ ਕਹਦੇ ਵੀ ਇਹ 'ਚ ਕਮੀ ਆ, ਇਹਨਾਂ ਨੂੰ ਨਕਾਰ ਬਣਾ, ਨੈਗੇਟਿਵ ਸੋਚ ਨਾ ਰੱਖੀਏ, ਪੋਜ਼ਿਟਿਵ ਸੋਚੀਏ ਵੀ ਇਹਨਾਂ ਨੂੰ ਹੋਰ ਅੰਦੋਲਨ ਨੂੰ ਆਪਾਂ ਕਾਮਯਾਬ ਕਰ ਸਕੀਏ। ਲਓ ਜੀ, ਅਸੀਂ ਇਸ ਵਕਤ ਖਾਲਸਾ ਏਡ ਦੇ ਵੱਲੋਂ ਲਾਈਆਂ ਗਈਆਂ ਉਹਨਾਂ ਮਸ਼ੀਨਾਂ ਦੇ ਕੋਲੇ ਖੜੇ ਆ ਜਿੱਥੇ ਬਜ਼ੁਰਗ ਆ ਕੇ ਆਪਣੀਆਂ ਲੱਤਾਂ ਘਟਵਾਉਂਦੇ ਆ, ਜਿਹਦੀ ਬੜੇ ਵੱਡੇ ਪੱਧਰ ਦੇ ਉੱਤੇ ਹਰਮਨ ਜੀ ਚਰਚਾ ਹੈਗੀ ਆ। ਬਿਲਕੁਲ ਸਹੀ। ਪਿਛਲੇ ਪਾਸੇ ਸਤਨਾਮ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਤੇ ਬੜੀ ਸ਼ਰਧਾ ਦੇ ਨਾਲ ਲੋਕ ਆਉਂਦੇ ਵੀ ਆ। ਜਦੋਂ ਬਜ਼ੁਰਗਾਂ ਨੂੰ ਅਸੀਂ ਲੱਤਾਂ ਘਟਵਾਉਂਦੇ ਦੇਖਦੇ ਤੇ ਚੰਗਾ ਲੱਗਦਾ ਵੀ ਇਹ ਵੈਸੇ ਤਾਂ ਬਜ਼ੁਰਗ ਸਾਡੇ ਆ, ਅਸੀਂ ਆਪ ਘੁੱਟ ਗਏ, ਪਰ ਇੱਥੇ ਹੁਣ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਆ। ਬਾਹਰ ਬਹੁਤ ਵੱਡੀ ਕਤਾਰ ਲੱਗੀ ਆ ਤੇ ਬਜ਼ੁਰਗ ਆਪਣੀ ਵਾਰੀ ਦੀ ਉਡੀਕ ਕਰਦੇ ਆ। 10-10 ਮਿੰਟ ਦੇ ਲਈ ਇੱਕ ਜਿਹੜੇ ਨੂੰ ਮੌਕਾ ਮਿਲਦਾ, ਪਰ ਅੱਜ ਇੱਥੇ ਗੱਭਰੂ ਵੱਧ ਆ ਤੇ ਬਜ਼ੁਰਗ ਘੱਟ ਆ। ਇਹਨਾਂ ਦੀਆਂ ਲੱਤਾਂ ਕਿਉਂ ਦੁਖਣ ਲੱਗ ਪਈਆਂ ਬਜ਼ੁਰਗਾਂ ਦੇ ਨਾਲੋਂ, ਤੇ ਆਪਾਂ ਇਹ ਪੁੱਛਣਾ ਜੀ। ਨਹੀਂ, ਪਰ ਟੈਣਾ ਸਾਹਿਬ ਉਹਦੇ ਨਾਲ ਹੀ ਮੈਂ ਇੱਥੇ ਇਹ ਜ਼ਰੂਰ ਦਰਜ ਕਰਨਾ ਚਾਹੁੰਦੀ ਹਾਂ ਗੱਲ ਕਿ ਉਹਨਾਂ ਲੋਕਾਂ ਤੇ ਮੈਨੂੰ ਬੜੀ ਹੈਰਾਨਗੀ ਹੁੰਦੀ ਹੈ ਜਿਹੜੇ ਇਹਨਾਂ ਚੀਜ਼ਾਂ ਦੇ ਉੱਪਰ ਕਿੰਤੂ ਕਰਦੇ ਨੇ ਕਿ ਇੱਥੇ ਪੀਜ਼ੇ ਕਿਉਂ ਵੰਡੇ ਜਾ ਰਹੇ ਨੇ, ਇੱਥੇ ਲੱਤਾਂ ਕਿਉਂ ਘੁੱਟੀਆਂ ਜਾ ਰਹੀਆਂ ਨੇ। ਉਹਨਾਂ ਲੋਕਾਂ ਨੂੰ ਸ਼ਾਇਦ ਪਤਾ ਹੀ ਨਹੀਂ ਹੈ ਕਿ ਜ਼ਮੀਨੀ ਹਕੀਕਤ ਕੀ ਹੈ, ਜਾਂ ਸਿੱਖ ਕੌਮ ਜਿਹੜਾ ਸਦਾ ਹੀ ਆਪਣੇ ਲੰਗਰਾਂ ਦੇ ਲਈ ਜਾਣਿਆ ਜਾਂਦਾ ਹੈ, ਜਾਂ ਸਿੱਖਾਂ ਦੇ ਦਿਲ ਕਿੰਨੇ ਵੱਡੇ ਨੇ, ਇਹ ਉਹ ਲੋਕ ਸਮਝ ਹੀ ਨਹੀਂ। ਇਹ ਤਾਂ ਸ਼ਰਧਾ ਦੀ ਗੱਲ ਆ। ਭਾਵੇਂ ਇੱਥੇ ਜਿਹਦੀ ਜਿੰਨੀ ਪੁੱਜਤਾ, ਜਿਹਦੀ ਜਿਵੇਂ ਸ਼ਰਧਾ ਜੋ ਮਰਜ਼ੀ ਵੰਡੇ, ਜਦੋਂ ਤਾਂ ਕਿਸਾਨ ਜ਼ਹਿਰ ਪੀ ਕੇ ਮਰਦੇ ਆ ਔਰ ਉਹ ਤਾਂ ਖਬਰ ਬਣਦੀ ਨਹੀਂ। ਪਰ ਨੈਸ਼ਨਲ ਮੀਡੀਆ ਤੇ ਖਬਰ ਉਦੋਂ ਬਣ ਗਈ ਜਦੋਂ ਪੀਜ਼ਾ ਖਾਂਦੇ ਆ। ਆਪਾਂ ਗੱਲਬਾਤ ਕਰਦੇ ਸਾਥੀਆਂ ਦੇ ਨਾਲ ਵੀ ਉਹਨਾਂ ਦੀਆਂ ਲੱਤਾਂ ਇੰਨੀ ਛੇਤੀ ਕਿਉਂ ਦੁਖਣ ਲੱਗ ਪਈਆਂ। ਆ ਜਾਓ ਬਾਈ ਜੀ, ਕੀ ਹਾਲ ਨੇ? ਠੀਕ ਠਾਕ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੰਨੇ ਦਿਨਾਂ ਤੋਂ ਇੱਥੇ ਆਏ ਹੋਏ ਹੋ? ਸਾਨੂੰ ਅੱਜ ਹੋ ਗਏ ਜੀ 8 ਦਿਨ ਜੀ। ਤੇ ਲੱਤਾਂ ਦੁਖਣ ਲੱਗ ਗਈਆਂ? ਲੱਤਾਂ ਐ ਕਿ ਇੱਥੇ ਥੋੜਾ ਜਿਹਾ ਰਿਲੈਕਸ ਹੋ ਜਾਂਦਾ ਹੈ ਜੀ, ਕਿਉਂਕਿ ਬਹੁਤ ਜ਼ਿਆਦਾ ਚੱਲਣਾ ਪੈਂਦਾ ਜੀ, ਕਦੇ ਇੱਧਰ ਕਦੇ ਉੱਧਰ ਜਾਂਦੇ ਆ ਜੀ। 15-20 ਕਿਲੋਮੀਟਰ ਹਰ ਬੰਦਾ। ਅਸੀਂ ਸਾਡੀ ਜਿਹੜੀ ਟਰਾਲੀ ਹੈ ਜੀ, ਮੈਂ ਹੀ ਸ਼ਹਿਰ ਸਮਾਣੇ ਤੋਂ ਆ ਜੀ। ਅੱਛਾ। ਅਸੀਂ ਸਾਡੇ ਜਿੱਥੇ ਜਥਾ ਜਿਹੜੀ ਪਿੱਛੇ ਆ ਜੀ, ਟਰਾਲੀ ਖਿਲਾਰੀ ਹੋਈ ਹੈ ਅਸੀਂ, ਤਾਂ ਅਸੀਂ ਰੋਜ਼ ਡੇਲੀ 15 ਤੋਂ 20 ਕਿਲੋਮੀਟਰ ਜਾਣਾ, 15-20 ਕਿਲੋਮੀਟਰ ਰੋਜ਼ ਆਉਣਾ ਜੀ। ਤਾਂ ਸਾਨੂੰ ਕਿਸੇ ਚੀਜ਼ ਦੀ ਪਰੇਸ਼ਾਨੀ ਨਹੀਂ ਆ ਰਹੀ, ਬਿਲਕੁਲ ਵੀ। ਕਿਸੇ ਲੰਗਰ ਜੀ, ਹਰ ਇੱਕ ਸ਼ੈ ਬਹੁਤ ਮਿਲ ਰਹੀ ਹੈ ਜੀ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ। ਨਹੀਂ, ਪਰ ਜਿਸ ਤਰੀਕੇ ਨਾਲ ਸਹੂਲਤਾਂ ਮਿਲ ਰਹੀਆਂ ਇੱਥੇ, ਸਭ ਕੁਝ ਖਾਣ ਪੀਣ ਨੂੰ ਆ, ਲੱਤਾਂ ਘੁੱਟਣ ਨੂੰ ਆ, ਨਿੱਕਰ ਬਨੇਨਾ ਕੱਚੇ ਸਾਰਾ ਕੁਝ ਮਿਲ ਰਿਹਾ, ਫਿਰ ਜਾਣ ਨੂੰ ਚਿੱਤ ਕਰਦਾ ਕਿ ਨਹੀਂ? ਬਿਲਕੁਲ ਨਹੀਂ ਕਰਦਾ ਜੀ। ਜਾਵਾਂਗੇ ਉਦੋਂ ਆਪਣਾ ਹੱਕ ਲੈ ਕੇ ਵਾਪਸ ਜਾਵਾਂਗੇ ਜੀ, ਭਾਵੇਂ 6 ਮਹੀਨੇ ਲੱਗਣ, 4 ਮਹੀਨੇ ਲੱਗਣ, ਨਹੀਂ ਜਾਂਦੇ ਜੀ। ਘਰੇ ਕਹਿ ਕੇ ਆਏ ਆ
ਸਾਰਾ ਰਾਸ਼ਨ ਪਾਣੀ ਸਭ ਕੁਝ ਲੈ ਕੇ ਤੁਰੇ ਆ ਜੀ। ਵਾਪਸ ਉਦੋਂ ਜਾਣਾ ਸਾਡਾ ਹੱਕ, ਲੈ ਕੇ ਮੁੜਾਂਗੇ, ਇੰਜ ਨਹੀਂ ਮੁੜਦੇ। ਤੇ ਕਿਵੇਂ ਲੱਗਦਾ ਜਦੋਂ ਆ ਲੱਤਾਂ ਘਟਵਾਉਨੇ ਆ, ਵਧੀਆ ਲੱਗਦਾ? ਬਹੁਤ ਅੱਛਾ ਫੀਲ ਹੁੰਦਾ ਜੀ, ਤੁਸੀਂ ਵੀ ਕਰਕੇ ਦੇਖਿਓ, ਬਹੁਤ ਅੱਛਾ ਫੀਲ ਹੁੰਦਾ। ਟੈਣਾ ਸਾਹਿਬ ਤੁਹਾਨੂੰ ਬਹੁਤ ਦਿਲੋਂ ਲਾਈਕ ਕਰਦੇ ਆ ਅਸੀਂ, ਮਿਹਰਬਾਨੀ। ਮੈਡਮ ਜੀ ਨੂੰ ਬਹੁਤ ਵੀਰ ਜੀ ਕਿੰਨੇ ਦਿਨਾਂ ਤੋਂ ਇੱਥੇ ਤੇ ਕਿਹੜਾ ਪਿੰਡ ਹੈ ਜੀ ਤੁਹਾਡਾ? ਅਸੀਂ ਸਮਾਣੇ ਤੋਂ ਆ ਜੀ। ਸਾਡਾ ਪਿੰਡ ਬੜਾ ਜਾਂਪੱਤੀ। ਅਸੀਂ ਪਹਿਲਾਂ ਵੀ 2 ਵਾਰ ਆਏ ਆ, ਕੱਲ ਅਸੀਂ ਦੁਬਾਰਾ ਰਾਤ ਨੂੰ ਆਏ ਆ, ਜੋ ਕਿ ਅਸੀਂ ਵੰਡ ਕੇ ਹੁੰਦੇ ਆ। ਜੋ ਸਾਡੇ ਪਿੰਡ ਦੀ ਕਮੇਟੀ ਹੈ ਨਾ, ਜਿਵੇਂ ਅਸੀਂ 5 ਦਿਨ ਆ ਗਏ, 5 ਦਿਨ ਬਾਅਦ ਚ ਹੋਰ ਹੋਣਗੇ। ਹੁਣ ਅਸੀਂ 22 ਤਰੀਕ ਤੱਕ ਆ, 22 ਤਰੀਕ ਤੋਂ ਬਾਅਦ ਸਾਡੇ ਹੋਰ ਹੋਣਗੇ, ਉਹ ਰਹਿਣਗੇ। ਵੀਰ ਜੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਪਰ ਇਹਨਾਂ ਗੱਲਾਂ ਦੇ ਉੱਪਰ ਕਿੰਤੂ ਕੀਤਾ ਜਾ ਰਿਹਾ ਵੀ ਇਹ ਕੈਸਾ ਸੰਘਰਸ਼ ਹੋਇਆ, ਇਹ ਕੈਸਾ ਅੰਦੋਲਨ ਹੋਇਆ, ਲੱਤਾਂ ਘਟਵਾਉਂਦੇ ਨੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਵੇਖੋ ਜੀ, ਉਹ ਜਿਹੜੇ ਸਾਡੇ ਵਿਰੋਧੀ ਨੇ, ਜਿਵੇਂ ਮੋਦੀ ਦੇ ਨੇ ਜਿਹੜੇ, ਉਹ ਸਾਡੇ ਵਿਰੋਧੀ ਨੇ, ਉਹਨਾਂ ਨੇ ਤੇ ਭੜਕਾਣਾ ਹੈ ਲੋਕਾਂ ਨੂੰ। ਵੇਖੋ ਇਹ ਬੜਾ ਵਧੀਆ ਉਪਰਾਲਾ ਕੀਤਾ ਖਾਲਸਾ ਸਾਈਡ ਨੇ। ਕੋਈ ਤੁਸੀਂ ਦੱਸੋ ਇਹ ਮਾੜੀ ਚੀਜ਼ ਹੈ? ਰਿਲੈਕਸ ਹੁੰਦੇ ਆ, ਅਸੀਂ ਇੱਥੇ ਬੈਠੇ ਆ, ਰਿਲੈਕਸ ਹੁੰਦੇ ਨੇ, ਤੁਰਦੇ ਫਿਰਨੇ ਆ, ਥੱਕ ਜਾਂਦੀਆਂ ਨੇ ਲੱਤਾਂ। ਹੁਣ ਸਾਡੇ ਬਜ਼ੁਰਗ ਨੇ 80 ਸਾਲ ਦੇ ਨੇ ਜਿਹੜੇ ਆਏ ਨੇ, ਉਹਨਾਂ ਨੇ ਰਿਲੈਕਸ ਵੀ ਹੋਣਾ ਲੱਤਾਂ। ਇਹ ਉਹਨਾਂ ਲਈ ਬੜਾ ਵਧੀਆ ਖਾਲਸਾ ਨੇ ਉਪਰਾਲਾ ਕੀਤਾ ਸਾਡੇ ਲਈ। ਇਹ ਸੰਘਰਸ਼ 'ਚ ਇਹ ਬੜਾ ਵਧੀਆ, ਇਹਨਾਂ ਦਾ ਹੋਰ ਵੀ ਬੜੀਆਂ ਸਹੂਲਤਾਂ ਇਹਨਾਂ ਨੇ ਸਾਨੂੰ ਦਿੱਤੀਆਂ ਨੇ ਖਾਲਸਾ ਸਾਈਡ ਨੇ ਜੀ। ਜੀ ਹਰਮਨ ਜੀ, ਆਪਾਂ ਨਾ ਅੱਗੇ ਬਜ਼ੁਰਗਾਂ ਤੋਂ ਵੀ ਗੱਲਬਾਤ ਜਾਣਦੇ ਆ ਵੀ ਉਹਨਾਂ ਨੂੰ ਕਿਵੇਂ ਲੱਗਦਾ ਇੱਥੇ ਬੈਠ ਕੇ, ਤੇ ਪਹਿਲੀ ਵਾਰ ਉਹ ਇਸ ਤਰ੍ਹਾਂ ਦੇ ਨਾਲ ਮਸ਼ੀਨ ਦੇ ਵਿੱਚ ਪੈਰ ਰੱਖ ਕੇ ਬੈਠੇ, ਜਾਂ ਇਸ ਤੋਂ ਪਹਿਲਾਂ ਵੀ ਕਦੇ ਮੌਕਾ ਮਿਲਿਆ? ਬਾਪੂ ਜੀ ਠੀਕ ਠਾਕ ਹੋ? ਕਿਹੜੇ ਪਿੰਡੋਂ ਆਏ ਹੋ? ਫਿਰੋਜ਼ਪੁਰ ਜ਼ਿਲ੍ਹਾ ਜੀ। ਜੀਰੇ ਤੋਂ ਆਏ ਹੋ? ਨਹੀਂ ਫਿਰੋਜ਼ਪੁਰ। ਹਾਂਜੀ ਹਾਂਜੀ ਜੀਰਾ ਜੀ। ਫਰੀਦਕੋਟ ਤੇ ਫਿਰੋਜ਼ਪੁਰ ਨੇੜੇ ਦੇ। ਹਾਂਜੀ 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 ਮੈਨੂੰ ਬੜਾ ਵਧੀਆ ਲੱਗਾ। ਹਾਂਜੀ ਆਪਾਂ ਤਾਂ ਘਰ ਦੇ ਬੰਦੇ ਆ। ਹਾਂਜੀ। ਕਿਵੇਂ ਲੱਗਦਾ ਲੱਤਾਂ ਘਟਵਾ ਕੇ ਇੱਥੇ? ਠੀਕ ਜੀ, ਥਕੇਵਾਂ ਕਿ ਲੱਤਾਂ ਠੀਕ ਹੋ ਜਾਂਦੀਆਂ। ਹਾਂ, ਬਹੁਤ ਵਧੀਆ, ਸਹੀ ਕੰਮ ਕੀਤਾ ਹੈ। ਪਹਿਲੀ ਵਾਰ ਬੈਠੇ ਹੋ ਜ਼ਿੰਦਗੀ 'ਚ ਇੱਥੇ? ਪਹਿਲੀ ਵਾਰੀ ਬੈਠੇ ਆ। ਅੱਛਾ। ਠੀਕ ਹੈ। ਆਹ ਥਕੇਵਾਂ ਲੱਤਾਂ ਨਹੀਂ ਪੀ ਕਰਦੀਆਂ। ਚਲੋ ਆਪਾਂ ਹੁਣ ਮੋਦੀ ਨਾਲ ਜੰਗ ਜਿੱਤਣ ਆਏ ਆ, ਵੋਟਾਂ ਫੇਰਨਾ ਹੀ ਜਿੱਤ ਹੀ ਜਾਣਾ ਹੈ। ਹਾਂ। ਮੋਦੀ ਨੂੰ ਹੁਣ ਦੱਸ ਹੀ ਜਾਣਾ, ਭਾਵੇਂ ਸਾਨੂੰ ਸ਼ਹੀਦੀਆਂ ਪ੍ਰਵਾਨ ਕਰਨੀਆਂ ਪੈਣ, ਤੇ ਅਸੀਂ ਕਰਾਂਗੇ ਕਿ 3 ਕਾਨੂੰਨ ਲਿਆਂਦੇ ਆ, ਇਹ ਵਾਪਸ ਕਰਾ ਕੇ ਬਹੁਤ ਖੂਬ, ਬਹੁਤ ਬਾਪੂ ਜੀ ਕਿਸੇ ਕਿਸਮ ਦੀ ਕੋਈ ਤੰਗੀ ਤਾਂ ਨਹੀਂ ਹੈ? ਨਹੀਂ ਜੀ, ਸਾਨੂੰ ਕੋਈ ਕਰਨਗੀ ਨਹੀਂ। ਬਸ ਇੱਕ ਗੱਲ ਹੈ, ਬੱਚਾ ਮੇਰਾ ਇੱਕੋ ਹੀ ਹੈ, ਉਹ ਵੀ ਆਰਮੀ ਜੇ, ਤੇ ਘਰੇ ਮੈਂ ਇਕੱਲਾ ਬੰਦਾ, ਹਾਂ। ਤੇ ਘਰੇ ਮੇਰੇ ਘਰ ਦੀ ਇਕੱਲੀ ਏ, ਤੇ ਮੈਂ ਇੱਥੇ ਇਕੱਲਾ ਆਇਆ, ਬਹੁਤ ਤੇ ਆਰਮੀ 'ਚ ਮੇਰਾ ਬੱਚਾ ਉਹ ਜੰਮੂ ਵਿੱਚ ਜੀ ਹੈ। ਕਰਦਾ ਪੁੱਤ ਤੁਹਾਡਾ ਸਰਹੱਦ ਦੇ ਉੱਤੇ ਆ, ਤੇ ਬਾਪੂ ਆਪਣੇ ਹੁਕਮਰਾਨਾਂ ਦੇ ਵੱਲੋਂ ਖੋਈ ਜਾ ਰਹੀ ਜ਼ਮੀਨ ਬਚਾਉਣ ਦੇ ਲਈ ਦਿੱਲੀ ਦੀ ਹੱਦ ਦੇ ਉੱਤੇ ਆ। ਜਿਉਂਦੇ ਵਸਦੇ ਰਹੋ। ਸਤਿ ਸ੍ਰੀ ਅਕਾਲ ਜੀ। ਹੋਰ ਠੀਕ ਠਾਕ ਬਾਪੂ ਜੀ? ਚੜ੍ਹਦੀ ਕਲਾ ਚੋਂ? ਠੀਕ ਠਾਕ ਵਧੀਆ ਜੀ। ਇਹ ਵੀ ਫਿਰੋਜ਼ਪੁਰ ਜ਼ਿਲ੍ਹਾ ਤੇ ਤਹਿਸੀਲ ਜੀਰਾ, ਪਿੰਡ ਮੱਲਾਂ ਵਾਲਾ ਖਾਸ ਜੀ। ਮੱਲਾਂ ਵਾਲਾ ਖਾਸ। ਹਾਂਜੀ ਹਾਂਜੀ ਵਾਰ ਪੈਰ ਘਟਵਾ ਰਹੇ ਹੋ? ਹਾਂਜੀ ਪਹਿਲੀ ਵਾਰ ਜੀ। ਹਾਂਜੀ ਹਾਂਜੀ ਲੱਗਾ? ਤੇ ਬਹੁਤ ਵਧੀਆ ਜੀ, ਠੀਕ ਹੈ ਜੀ। ਬਹੁਤ ਰਮਾਨ, ਹਾਂਜੀ ਬਹੁਤ ਰਮਾਨ ਆਉਂਦਾ ਜੀ। ਹਾਂਜੀ 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 ਬਹੁਤ ਵਧੀਆ। ਹਾਂਜੀ ਹਾਂਜੀ। ਕਿੰਨੇ ਕ ਬੰਦੇ ਆਏ ਹੋ ਆਪਣੇ ਪਿੰਡੋਂ ਚੱਲ ਕੇ ਇੱਥੇ? ਅਸੀਂ ਜੀ ਬੰਦੇ ਮੱਲਾਂ ਏਰੀਏ ਤੋਂ ਬੜੇ ਆਇਆ, ਬਹੁਤ ਬੰਦਾ ਆਇਆ ਜੀ, 700 ਟਰਾਲੀ। ਤੇ ਪਿੰਡ ਦੇ ਵਿੱਚੋਂ ਆਇਆ 25-30 ਬੰਦਾ। ਅੱਛਾ। ਬਾਪੂ ਜੀ ਖਾਲਸਾ ਏਡ ਸੰਸਥਾ ਬਾਰੇ ਕੀ ਕਹੋਗੇ, ਜਿਨ੍ਹਾਂ ਨੇ ਸਾਰਾ ਨਹੀਂ, ਪ੍ਰਬੰਧ ਕੀਤਾ? ਹਾਂਜੀ ਹਾਂਜੀ ਬਹੁਤ ਵਧੀਆ ਜੀ। ਆਪਣੇ ਆਪਣੇ ਜੀ ਆਪਣੇ ਪ੍ਰਬੰਧ ਕੀਤੇ ਜੀ ਤੁਸੀਂ, ਬਹੁਤ ਵਧੀਆ ਜੀ। ਮਿਹਰਬਾਨੀ। ਆਪਾਂ ਬਾਪੂ ਜੀ ਦੇ ਨਾਲ ਇੱਧਰ ਵੀ ਗੱਲਬਾਤ ਕਰਦੇ ਆ। ਬਾਪੂ ਜੀ ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਬੜੀ ਕਿਰਪਾ ਜੀ ਗੁਰੂ ਦੀ। ਜਿੰਦਾਬਾਦ। ਜਿੰਦਾਬਾਦ। ਇਹ ਹੋ ਗਈ ਸ਼ੁਰੂ? ਅਜੇ ਕਰ ਦਿਓ ਸ਼ੁਰੂ। ਸਾਰਾ ਕੁਝ ਨੱਪਤਾ ਮੇਰਾ। ਹਾਂਜੀ ਚੱਲ ਪਈ? ਚੱਲ ਪਈ ਜੀ। ਅੱਛਾ, ਮੈਂ ਚਲਾਉਣੀ ਸਿੱਖ ਲਈ ਇਹ। ਬੜਾ ਵਧੀਆ ਹੋ ਗਿਆ ਜੀ, ਤੁਸੀਂ ਚਲਾਉਣੀ ਸਿੱਖ ਲਈ ਤੇ ਬਹੁਤ ਫਾਇਦਾ ਹੋ ਗਿਆ ਹੈ। ਡਰਾਈਵਰ ਬਣ ਕੇ ਤੁਸੀਂ। ਹੋਰ ਕਿਹੜੇ ਪਿੰਡੋਂ ਆਏ ਹੋ? ਅਸੀਂ, ਸਾਡਾ ਪਿੰਡ ਜੀ ਕਿਲੀ ਬੋਤਲਾ, ਤਹਿਸੀਲ ਜੀਰਾ, ਤੇ ਸਾਡਾ ਜ਼ਿਲ੍ਹਾ ਫਿਰੋਜ਼ਪੁਰ ਤੇ ਥਾਣਾ ਮਖੂ ਸਾਡਾ। ਅੱਛਾ, ਕਿੰਨੇ ਦਿਨ ਹੋ ਗਏ ਆਇਆਂ ਨੂੰ? ਸਾਨੂੰ ਜੀ ਅਸੀਂ 11 ਤਰੀਕ ਦੇ ਆਏ ਆ। ਅੱਛਾ, ਇਹ ਤੁਰ ਫਿਰ ਕੇ ਬਹੁਤ ਥੱਕ ਜਾਂਦੇ ਸੀ, ਇਹ ਬੜਾ ਆਸਰਾ ਹੋਇਆ ਇਹਦਾ? ਬੜਾ ਜ਼ਿਆਦਾ ਜੀ ਆਸਰਾ ਹੋਇਆ ਹੈ। ਮੈਂ ਪਰਸੋਂ ਚੌਥ ਵੀ ਇਹ ਕਰਾ ਕੇ ਗਿਆ, ਤੇ 2 ਦਿਨ ਵਧੀਆ ਲੰਘ ਗਏ ਨੇ। ਹੁਣ ਅੱਜ ਕਰਾ ਕੇ ਜਾਣਾ, 2-3 ਦਿਨ ਫਿਰ ਲੰਘ ਜਾਣੇ ਨੇ, ਤੇ ਬਾਕੀ ਮੋਰਚਾ ਜਿੱਤ ਕੇ ਹੀ ਜਾਵਾਂਗੇ। ਇੱਥੇ ਸਾਨੂੰ ਸਹੂਲਤਾਂ ਬਹੁਤ ਮਿਲਦੀਆਂ ਨੇ, ਕੋਈ ਸਾਨੂੰ ਪਾਲਾ ਨਹੀਂ ਲੱਗਦਾ, ਕੰਬਲਾਂ ਦੀ ਹਰ ਤਰ੍ਹਾਂ ਦੀ ਸਹੂਲਤ ਹੈ, ਤੇ ਜਿੱਤਾਂਗੇ ਤੇ ਫਿਰ ਘਰ ਨੂੰ ਜਾਵਾਂਗੇ, ਨਹੀਂ ਤਾਂ ਇੱਥੇ ਡਟੇ ਹੋਏ ਆ। ਵੈਸੇ ਬਾਪੂ ਜੀ ਘਰੇ ਜਾਣ ਨੂੰ ਉਦਾਂ ਜੀ ਕਰਦਾ ਵਾਪਸ ਕਿ ਨਹੀਂ? ਪੋਤਰੇ ਪੋਤਰੀਆਂ ਆਵਾਜ਼ਾਂ ਮਾਰਦੇ ਫੋਨਾਂ ਤੇ ਪਰ ਸਾਡੀ ਮਜਬੂਰੀ ਬਣ ਗਈ, ਮੋਦੀ ਸਾਹਿਬ ਨੇ ਬਣਾਤੀ, ਕਰੀਏ ਕੀ ਹੁਣ। ਜੀ ਤਾਂ ਬੜਾ ਕਰਦਾ, ਬੱਚਿਆਂ ਨਾਲ ਪਿਆਰ ਕਰੀਦਾ ਹੈ। ਬੱਚੇ ਰਾਤ ਨੂੰ ਸਾਡੇ ਖੇਡਦੇ, ਸਾਡੇ ਉੱਤੇ ਆਣ ਕੇ ਲੇਟਦੇ ਆ, ਉਹ ਆਂਦੇ ਦਾਦੂ ਜੀ ਘਰੇ ਆਓ, ਤੇ ਪਰ ਸਾਡੀ ਮਜਬੂਰੀ ਇੱਥੇ ਹੁਣ ਕਿਸਾਨ ਜਿਹੜੇ ਨੇ, ਕਿਸਾਨਾਂ ਦੇ ਨਾਲ ਬੈਠੇ ਹੋਏ ਆ, ਤੇ ਸ਼ਾਂਤਮਈ ਧਰਨਾ ਲਾਇਆ ਹੈ। ਕੋਈ ਅਸੀਂ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਦੇ, ਤੇ ਆਪਦਾ ਹੱਕ ਲੈਣ ਵਾਸਤੇ ਅਸੀਂ ਆਖਿਆ ਵੀ ਸਾਡਾ ਸਾਨੂੰ ਹੱਕ ਦੇ ਦਿਓ, ਤੇ ਅਸੀਂ ਬਿਲਕੁਲ ਸ਼ਾਂਤਮਈ ਧਰਨਾ ਲਾਇਆ ਹੈ, ਤੇ ਬੈਠੇ ਰਵਾਂਗੇ ਜਿੰਨ ਚਿਰ ਨਾ ਦੇਗਾ ਮੋਦੀ ਸਾਹਿਬ ਦੀ ਕਿਰਪਾ ਹੋ ਜੇ। ਸਵੇਰੇ ਕਰ ਦੇਵੇ ਕਿਰਪਾ ਵੀ ਸਾਨੂੰ ਸਾਡੇ ਹੱਕ ਦੇ ਦੇ, ਅਸੀਂ ਆਪਦੇ ਘਰਾਂ ਨੂੰ ਚੱਲ ਗਏ, ਸਾਡਾ ਕਿਹੜਾ ਪੋਚ ਬਹਿਣ ਨੂੰ ਪਾਲੇ ਜੀ ਕਰਦਾ ਹੈ। ਹਾਂ ਬਾਪੂ ਜੀ ਕਿਵੇਂ, ਠੀਕ ਠਾਕ ਹੋ ਜੀ? ਹਾਂ ਠੀਕ ਠਾਕ ਆਏ ਤਾਂ ਤੁਸੀਂ ਕਿਹੜੇ ਪਿੰਡੋਂ ਆਏ ਹੋ? ਪਟਿਆਲੇ ਤੋਂ। ਅੱਛਾ ਜੀ,
ਤੇ ਬਾਪੂ ਜੀ ਕਿਵੇਂ ਮਹਿਸੂਸ ਹੋ ਰਿਹਾ? ਲੱਤਾਂ ਲੁੱਤਾਂ ਚੰਗੀਆਂ ਕੁੱਟੀਆਂ ਜਾ ਰਹੀਆਂ ਨੇ? ਵੇਖੋ ਹੁਣ ਕਿਵੇਂ ਕਿੰਨੇ ਪਹਿਲੀ ਵਾਰ ਆਏ ਆ ਤਾਂ ਆਓ ਪਹਿਲੀ ਵਾਰ ਹੀ ਆਏ ਨਾ ਸੋ ਪੂਰੀਆਂ ਸੁੱਖ ਸਹੂਲਤਾਂ ਇੱਥੇ ਮਿਲ ਰਹੀਆਂ ਨੇ, ਕਿਸੇ ਚੀਜ਼ ਦੀ ਤੰਗੀ ਤਾਂ ਨਹੀਂ? ਕਿ ਚੀਜ਼ ਤੰਗੀ ਜੂ ਆਏ ਆ ਪਰ ਪੋਤੇ ਪੋਤੇ ਯਾਦ ਕਰਦੀ ਨੇ ਪਰ ਹੁਣ ਆਖਾ ਵੀ ਜੋ ਜੁੱਤ ਕੇ ਆਵਾਂਗੇ ਜੂਆਂ ਤੁਰੀਆਂ ਗੱਡੀਆਂ ਸਾਡੀ ਟਰੇਲੀਆਂ 4 ਟਰੇਲੀਆਂ ਇੱਥੇ ਆਈਆਂ ਸੀ ਉਦੋਂ ਦੇ ਆਏ ਆ ਮੋਰਚੇ ਤੋੜ ਕੇ। ਤੇ ਬਾਪੂ ਜੀ ਇਸ ਸੰਸਥਾ ਬਾਰੇ ਜਿਨ੍ਹਾਂ ਨੇ ਇਹ ਸਾਰਾ ਪ੍ਰਬੰਧ ਕੀਤਾ ਹੈ ਤੁਹਾਡੇ ਲਈ, ਉਹਨਾਂ ਬਾਰੇ ਕੀ ਕਹੋਗੇ? ਉਹਨਾਂ ਦਾ ਧੰਨਵਾਦ ਹੈ, ਸਾਡੀ ਸੇਵਾ ਕਰਦੇ ਨਹੀਂ ਇਹਦੇ ਤੋਂ ਸਾਨੂੰ ਚਾਹੀਦਾ ਵੀ ਕੀ ਹੈ। ਵੈਸੇ ਬਾਪੂ ਜੀ ਪਹਿਲੀ ਵਾਰ ਕਿਸੇ ਸੰਘਰਸ਼ ਦਾ ਹਿੱਸਾ ਬਣੇ ਹੋ ਜਾਂ ਇਸ ਤੋਂ ਪਹਿਲਾਂ ਵੀ ਕਿਤੇ ਰਹੇ ਹੋ? ਪਹਿਲਾਂ ਵੀ ਅਸੀਂ ਕਈ ਵਾਰ ਦਿੱਲੀ ਆ ਚੁੱਕੇ ਹਾਂ, ਕਿੰਨੀ ਵਾਰ ਆਏ ਇਸੇ ਮੋਰਚੇ 'ਚ ਪਰ ਮੰਨਿਆ ਨਹੀਂ। ਹੁਣ ਤਾਂ ਬਾਹਰ ਹੀ ਮੋਰਚਾ ਤਗੜਾ ਲੱਗ ਗਿਆ, ਹੁਣ ਤਾਂ ਵੇਖੀ ਨਹੀਂ ਆ ਮੋਰਚਾ ਹੀ ਕਦੀ ਵੀ ਜੋ ਸੂਰਤਾਂ ਹੀ ਕਦੀ ਨਹੀਂ ਵੇਖਿਆ ਮੋਰਚਾ ਜੇ ਹੁਣ ਚੱਲ ਰਿਹਾ। ਸਤਿ ਸ਼੍ਰੀ ਅਕਾਲ ਮਾਤਾ ਜੀ, ਕੀ ਹਾਲ ਚਾਲ ਨੇ ਜੀ? ਠੀਕ ਹੈ, ਠੀਕ ਵਧੀਆ। ਤੁਹਾਨੂੰ ਠੀਕ? ਕਿੱਥੋਂ ਆਏ ਹੋ ਤੁਸੀਂ? ਅਸੀਂ ਜਲੰਧਰੋਂ ਆਏ ਆ ਜੀ ਹਾਂ, ਸਾਡਾ ਖਾਸ ਜਲੰਧਰ ਹੈ ਜੀ। ਤੇ ਇਸ ਵੇਲੇ ਤੁਸੀਂ ਪਹਿਲੀ ਵਾਰ ਕਿਸੇ ਸੰਘਰਸ਼ ਦਾ ਹਿੱਸਾ ਬਣੇ ਹੋ ਜਾਂ ਇਸ ਤੋਂ ਪਹਿਲਾਂ ਵੀ ਕਿਤੇ? ਨਹੀਂ, ਪਹਿਲੀ ਵਾਰੀ ਬਣੇ ਅਸੀਂ। ਤੇ ਕੀ ਲੱਗਦਾ ਤੁਹਾਨੂੰ, ਕੀ ਕਹਿਣਾ ਚਾਹੋਗੇ ਜੋ ਤੁਸੀਂ ਆ ਕੇ ਇੱਥੇ, ਕਿਉਂਕਿ ਅਖਬਾਰਾਂ 'ਚ ਖਬਰਾਂ ਪੜ੍ਹਨੀਆਂ ਹੋਰ ਨੇ, ਟੀਵੀ ਤੇ ਵੇਖਣਾ ਹੋਰ ਹੈ, ਪਰ ਜ਼ਮੀਨੀ ਹਕੀਕਤ ਹੋ ਰਿਹਾ, ਕਿਵੇਂ ਦਾ? ਅਸੀਂ ਉੱਥੇ ਸੁਣਦੇ ਸੀ ਫਿਰ ਸਾਨੂੰ ਬੜਾ ਹੁੰਦਾ ਸੀ ਅਸੀਂ ਚੱਲ ਕੇ ਦੇਖੀਏ, ਜਾ ਕੇ ਅਟੈਂਡ ਕਰੀਏ। ਸਾਨੂੰ ਬੜਾ ਮੁਸ਼ਕਲ ਲੱਗਦਾ ਠੰਡ 'ਚ ਕਿੱਦਾਂ ਬੈਠੇ ਸਾਡੇ ਵੀਰ ਬੇਟੇ ਭਰਾ, ਤੇ ਅਸੀਂ ਕਿਹਾ ਜ਼ਰੂਰ ਜਾਣਾ। 3 ਦਿਨ ਹੋ ਗਏ ਆਇਆਂ ਨੂੰ ਤੇ ਵਧੀਆ ਲੱਗਾ। ਮਹਾਰਾਜ ਜੋਤੀ ਨੂੰ ਹਰਾਵੇ, ਉਹਨੂੰ ਮੋਤੀ ਨੂੰ ਹਰਾਵੇ ਤੇ ਕਿਸਾਨ ਜਿੱਤਣ ਤੇ ਵਧੀਆ ਲੱਗਾ ਜੀ। ਸਤਿ ਸ਼੍ਰੀ ਅਕਾਲ ਬਾਪੂ ਜੀ, ਕੀ ਹਾਲ ਚਾਲ ਨੇ? ਠੀਕ ਆ ਜੀ। ਪੈਰੀ ਪੈਨੇ ਹੋ ਚੜ੍ਹਦੀ ਕਲਾ ਚੋਂ? ਹਾਂ, ਚੜ੍ਹਦੀ ਕਲਾ ਤੋਂ। ਕਿਹੜੇ ਪਿੰਡੋਂ? ਅਸੀਂ ਅੱਖਮਣ ਤੋਂ ਆਏ ਜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ। ਅੱਛਾ, ਕਿੰਨੇ ਦਿਨ ਹੋ ਗਏ ਆਇਆਂ ਨੂੰ? ਸਾਲ 27 ਤਰੀਕ ਦਾ ਹੈ ਪਿਛਲੇ ਜੀ। ਤੇ ਹੁਣ ਆ ਲੱਤਾਂ ਲੁੱਤਾਂ ਕੁਟਵਾ ਕੇ ਠੀਕ ਹੋ? ਵਧੀਆ ਲੱਗਦਾ? ਹਾਂ ਜੀ, ਵਧੀਆ। ਰਵੀ ਸਿੰਘ ਨੇ ਕਮਾਲ ਦਾ ਕੰਮ ਕੀਤਾ, ਖਾਲਸਾ ਏਡ ਵਾਲਿਆਂ ਨੇ, ਕੀ ਕਹਿਣਾ ਚਾਹੋਗੇ ਉਹਨਾਂ ਬਾਰੇ? ਅੱਜ ਤਾਂ ਕਹਿੰਦੇ ਜਾਣੇ ਸਾਡੇ ਤਿੰਨ ਕਾਲੇ ਉਹਨੇ ਉਹ ਕਾਨੂੰਨ ਉਹ ਲਾਗੂ ਹੋਣੇ ਚਾਹੀਦੇ। ਪਰ ਰਵੀ ਸਿੰਘ ਹੋਰੀ ਜਿਨ੍ਹਾਂ ਨੇ ਸਾਰਾ ਪ੍ਰਬੰਧ ਕੀਤਾ ਹੈ ਤੁਹਾਡੇ ਲਈ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਦੇ ਬਾਅਦ ਬਹੁਤ ਠੀਕ ਹੈ ਜੀ, ਉਹਨਾਂ ਵਾਸਤੇ ਤਾਂ ਜੀ ਜਿਹੜਾ ਸਾਡੇ ਘਟਾਉਂਦੇ ਆ ਜੀ, ਫਰੀ ਹੁੰਦੇ ਆ ਜੀ, ਅਸੀਂ ਧੰਨਵਾਦ ਕਰਨੇ ਆ ਜੀ। ਤੇ ਹੁਣ ਜਿਹੜਾ ਕੋਈ ਮੋਦੀ ਕਰਦਾ, ਮੋਦੀ ਜਿਹੜਾ ਕਰਦਾ ਉਹ ਅਸੀਂ ਮਾੜੇ ਕਹਿਣਾ। ਜਿਹੜੇ ਕਾਨੂੰਨ ਆ, ਜਿਹੜੇ ਕਾਲੇ ਕਾਨੂੰਨ ਆ, ਵਾਪਸ ਲੈ ਲਵੇ ਪਰ ਠੀਕ ਆ, ਅਸੀਂ ਆਪਣੇ ਘਰ ਚਲੇ ਜਾਵਾਂਗੇ। ਹਰਮਨ ਜੀ ਦੇਖੋ ਵੀ ਆ ਜਿੰਨੇ ਵੀ ਇਸ ਵਕਤ ਇੱਥੇ ਬਜ਼ੁਰਗ ਨੇ, ਮਾਤਾਵਾਂ ਨੇ, ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅਸੀਂ ਇੱਥੇ ਆ ਕੇ ਬੜੀ ਤਸੱਲੀ ਮਹਿਸੂਸ ਕਰਦੇ ਹਾਂ, ਬੜਾ ਅਸੀਂ ਸਕੂਨ ਮਹਿਸੂਸ ਕਰਦੇ ਹਾਂ। ਲੱਤਾਂ ਘੁੱਟੀਆਂ ਜਾਂਦੀਆਂ, ਇਹ ਮੈਂ ਵੀ ਦੇਖਿਆ ਸੀ ਕੱਲ ਬਹਿ ਕੇ, ਇੱਥੋਂ ਤੱਕ ਤਾਂ ਨਾ ਐ ਲੱਗਦਾ ਵੀ ਐ ਫੜ ਫੜ ਕੇ ਕੋਈ ਕਰਦਾ ਹੈ, ਗੱਲ ਬਣ ਜਾਂਦੀ ਆ। ਹਾਂ, ਅਸੀਂ ਅੱਜ ਵੀ ਤੁਹਾਨੂੰ ਮੌਕਾ ਦੇਵਾਂਗੇ, ਤੁਸੀਂ ਜ਼ਰੂਰ ਬੈਠਿਓ ਤੇ ਮੈਂ ਤੁਹਾਡੇ ਨਾਲ ਗੱਲਬਾਤ ਕਰੂੰਗੀ ਕਿ ਤੁਹਾਡੀਆਂ ਲੱਤਾਂ ਕਿਵੇਂ ਘੁੱਟ ਹੋ ਰਹੀਆਂ। ਬਿਲਕੁਲ। ਤੇ ਆਪਾਂ ਨਾ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਵਾ ਰਹੇ ਲਗਾਤਾਰ, ਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਆ। ਉਹ ਬਾਈ ਜੀ ਪਿਛਲੇ ਪਾਸੇ ਖੜੇ ਨੇ। ਹੋਰ ਬਾਈ ਜੀ ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ? ਇਹ ਦਿਨ ਦੇ ਵਿੱਚ ਕਿੰਨੇ ਕੁ ਲੋਕ ਆ ਜਾਂਦੇ ਆ, ਕਿੰਨੇ ਭੈਣਾਂ ਵੀਰ ਇੱਥੇ ਆ ਜਾਂਦੇ ਲੱਤਾਂ ਘਟਵਾਉਣ ਦੇ ਲਈ, ਅੰਦਾਜ਼ਾ? ਦੇਖੋ ਜੀ, ਪਹਿਲੇ ਤਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਖਾਲਸਾ ਏਡ ਵੱਲੋਂ ਜਿਹੜੀਆਂ 16 ਮਸ਼ੀਨਾਂ ਦਾ ਸੈਟਅਪ ਲਗਾਇਆ ਗਿਆ, ਸਵੇਰੇ 11 ਵਜੇ ਤੋਂ ਲੈ ਕੇ 2 ਵਜੇ ਤੱਕ, ਫਿਰ 1 ਘੰਟੇ ਦੀ ਬ੍ਰੇਕ ਹੈ। 3 ਤੋਂ 6 ਵਜੇ ਤੱਕ ਇਹ ਸੈਟਅਪ ਲੱਗਦਾ ਹੈ ਤੇ ਤਕਰੀਬਨ 10 ਕੁ ਮਿੰਟ ਦਾ ਗਰੁੱਪ ਹੁੰਦਾ ਜੀ ਇਹ ਸਾਰਾ। ਤੇ ਉਸ ਦੌਰਾਨ ਤੁਸੀਂ ਹਿਸਾਬ ਲਾ ਲਓ ਵੀ 100 ਬੰਦਾ 150 ਬੰਦਾ ਤਕਰੀਬਨ ਰੋਜ਼ ਕਰਾਇਆ ਜਾਂਦਾ ਹੈ, ਉਸ ਤੋਂ ਵੱਧ ਹੀ ਕਰਾਇਆ ਜਾਂਦਾ ਹੈ। ਤੇ ਇਹ ਮਸ਼ੀਨਾਂ ਜਿਹੜੀਆਂ ਨੇ ਉਹ ਬਿਜਲੀ ਨਾਲ ਚੱਲਦੀਆਂ ਨੇ, ਸੋ ਸਭ ਕੁਝ ਦਾ ਪ੍ਰਬੰਧ ਕਿਵੇਂ ਕਰਦੇ ਹੋ? ਹਾਂਜੀ, ਬਿਜਲੀ ਨਾਲ ਚੱਲਦੇ ਆ ਜੀ। ਜੇ ਅਗਰ ਲਾਈਟ ਵਗੈਰਾ ਜਾਂਦੀ ਹੈ ਤੇ ਸਾਡਾ ਜਨਰੇਟਰ ਵਗੈਰਾ ਵੀ ਹੈਗਾ ਸੈੱਟ। ਇਹ ਜਿਹੜੀਆਂ ਮਸ਼ੀਨਾਂ ਨੇ ਇਹ ਤੁਸੀਂ ਜੋ ਸੰਗਤ ਦੇ ਵੱਲੋਂ ਭੇਟਾ ਭੇਜੀ ਗਈ ਆ ਉਹਦੇ ਵਿੱਚੋਂ ਆਪ ਖਰੀਦੀਆਂ ਜਾਂ ਕਿਸੇ ਸੱਜਣ ਨੇ ਦਾਨ ਕੀਤੀਆਂ ਸਾਰੀਆਂ? ਨਹੀਂ, ਇਹ ਸਾਡੇ ਆਉਣ ਤੋਂ ਪਹਿਲੇ ਹੀ ਸੇਵਾ ਚੱਲਦੀ ਪਈ ਸੀ ਜੀ। ਇਹ ਪ੍ਰਬੰਧਕਾਂ ਨੂੰ ਸਾਡਿਆਂ ਨੂੰ ਪਤਾ ਹੈ ਵੀ ਸੇਵਾ 'ਚੋਂ ਹੀ ਚੱਲ ਰਿਹਾ ਸਾਰਾ ਕੁਝ, ਜੋ ਵੀ ਚੱਲ ਰਿਹਾ ਨਾ। ਬਹੁਤ ਚੰਗਾ ਲੱਗਾ ਜੀ, ਇਹ ਇੱਕ ਅਨੋਖੀ ਤਰ੍ਹਾਂ ਦਾ ਉਪਰਾਲਾ, ਤੇ ਅਸੀਂ ਚਾਹੁੰਦੇ ਜੀ ਕਿ ਸਰਦਾਰ ਰਵੀ ਸਿੰਘ ਉਹਨਾਂ ਦੀ ਉਮਰ ਲੰਮੀ ਹੋਵੇ ਤੇ ਉਹ ਇਦਾਂ ਦੇ ਉਪਰਾਲੇ ਕਰਦੇ ਰਹਿਣ, ਤੇ ਖਾਲਸਾ ਏਡ ਤੇ ਹੋਰ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਲੱਗੀਆਂ ਹੋਈਆਂ ਦਿਨ ਰਾਤ ਇੱਕ ਕੀਤਾ, ਉਹਨਾਂ ਸਾਰੀਆਂ ਨੂੰ ਸਲਾਮ ਕਰਨੀ ਬਣਦੀ ਆ। ਹਾਂਜੀ, ਇਸ ਵਕਤ ਸਾਡੇ ਨੇ ਰਣਸੀ ਕਲਾਂ ਪਿੰਡ ਦੇ ਸਰਪੰਚ ਮਿੰਟੂ ਹੋਰੀ, ਤੇ ਮਿੰਟੂ ਹੋਰਾਂ ਦਾ ਜਿਹੜਾ ਪਿੰਡ ਹੈ ਇਹ ਮੋਗਾ ਜ਼ਿਲ੍ਹੇ ਦੇ ਵਿੱਚ ਪੈਂਦਾ, ਤੇ ਬੜੀਆਂ ਖਬਰਾਂ ਸ਼ਾਇਦ ਸਾਡੇ ਦਰਸ਼ਕਾਂ ਨੇ ਸੁਣੀਆਂ ਹੋਣੀਆਂ ਕਿ ਇਸ ਪਿੰਡ ਦੀ ਪੰਚਾਇਤ ਦੇ ਵੱਲੋਂ ਅੱਡਰੇ ਕੰਮ ਕੀਤੇ ਜਾਂਦੇ ਆ। ਮੈਨੂੰ ਚੇਤੇ ਹੈ ਹਰਮਨ ਜੀ, ਆਪਾਂ ਖਬਰ ਵੀ ਸਾਂਝੀ ਕੀਤੀ ਚੱਜ ਦਾ ਵਿਚਾਰ ਦੇ ਵਿੱਚ ਵੀ ਇਸ ਪਿੰਡ ਦੇ ਸਰਪੰਚ ਨੇ ਤੇ ਪੰਚਾਇਤ ਨੇ ਗੱਲ ਕਹੀ ਸੀ ਕਿ ਤੁਸੀਂ ਪਲਾਸਟਿਕ ਲੈ ਕੇ ਆਓ, ਜਿੰਨਾ ਪਲਾਸਟਿਕ ਲੈ ਕੇ ਆਓਗੇ ਉਹਨਾਂ ਅਸੀਂ ਤੁਹਾਨੂੰ ਖੰਡ ਜਾਂ ਚੌਲ ਦੇ ਦਿਆਂਗੇ। ਇਹ ਇੱਕ ਨਵੀਂ ਗੱਲ ਸੀ ਵੀ ਪਿੰਡਾਂ ਦੇ ਵਿੱਚੋਂ ਪਲਾਸਟਿਕ ਖਤਮ ਹੋਵੇ,
ਪਿੰਡਾਂ ਦੇ ਵਿੱਚ ਸੀਵਰੇਜ ਪਵੇ, ਪਿੰਡਾਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਕਿ ਵਿਧਵਾ ਔਰਤਾਂ ਜਿਹੜੀਆਂ ਲੋੜਵੰਦ, ਸਰਕਾਰ ਕੁਝ ਦੇਵੇ ਨਾ ਦੇਵੇ, ਪਰ ਇਹਨਾਂ ਨੇ 800 ਰੁਪਈਆ ਮਹੀਨਾ ਪੈਨਸ਼ਨ ਪੰਚਾਇਤ ਦੇ ਵੱਲੋਂ ਦੇਣ ਦਾ ਕੰਮ ਸ਼ੁਰੂ ਕੀਤਾ ਤੇ ਹੁਣ ਇਹਨਾਂ ਨੇ ਪੁਰਸਕਾਰ 18 ਲੱਖ ਰੁਪਏ ਸਮੇਤ ਭਾਰਤ ਦੀ ਸਰਕਾਰ ਨੂੰ ਵਾਪਸ ਕਰਤਾ। ਗੱਲਬਾਤ ਕਰਦੇ ਮਿੰਟੂ ਬਾਈ ਨਾਲ। ਬਾਈ ਜੀ ਠੀਕ ਠਾਕ ਹੋ? ਹਾਂਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਜੀ। ਚੜ੍ਹਦੀ ਕਲਾ ਚੋਂ? ਬਹੁਤ ਵਧੀਆ ਜੀ। ਬਾਈ ਜੀ ਇਹ ਦੱਸੋ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ, ਬਹੁਤ ਸਾਰੇ ਲੋਕਾਂ ਨੇ, ਬਹੁਤ ਸਾਰੇ ਖਿਡਾਰੀਆਂ ਨੇ, ਰਾਜਨੀਤਿਕ ਵਿਅਕਤੀਆਂ ਨੇ ਆਪਣੇ ਪੁਰਸਕਾਰ ਵਾਪਸ ਕਰਤੇ ਆ ਖੇਤੀ ਕਾਨੂੰਨ ਦੇ ਰੋਸ ਦੇ ਵਿੱਚ, ਪਰ ਪੈਸੇ ਰੱਖ ਲਏ ਆ। ਇੱਕ ਜਿਹੜੀ ਸ਼ੀਲਡ ਤੇ ਜਿਹੜਾ ਸਨਮਾਨ ਪੱਤਰ ਉਹ ਵਾਪਸ ਕਰਤਾ। ਤੁਸੀਂ 18 ਲੱਖ ਰੁਪਏ ਦਾ ਚੈੱਕ ਵੀ ਜਾ ਕੇ ਮੋੜ ਕੇ ਆਏ ਹੋ, ਕੀ ਕਹਿਣਾ ਚਾਹੋਗੇ? ਕਿਸੇ ਬਾਗੀ ਸ਼ਹਿਰ ਦੇ ਬੜੇ ਖੂਬਸੂਰਤ ਔਰ ਸਾਡੇ ਅੰਦਰ ਜੋਸ਼ ਭਰਨ ਵਾਲੇ ਬੋਲ ਆ ਕਿ ਬਾਗੀਓਂ में बू रहेगी जब तक अमान की, ਤਖਤੇ ਲੰਡਨ ਤੱਕ ਚੱਲੇਗੀ ਤੇਗ ਹਿੰਦੁਸਤਾਨ ਦੀ। ਜਿੰਨਾ ਚਿਰ ਪੰਜਾਬੀਆਂ ਦੇ ਅੰਦਰ ਪੰਜਾਬ ਪ੍ਰਤੀ ਮੁਹੱਬਤ ਰਹੂਗੀ, ਪੰਜਾਬ ਦੀ ਬੂ ਰਹੂਗੀ, ਉਹਦੇ ਸਾਹਮਣੇ ਮੈਂ ਸਮਝਦਾ ਕਿ ਇਹ ਦੌਲਤ ਸ਼ੌਹਰਤ, ਇਹ ਮਾਣ ਸਨਮਾਨ ਬਹੁਤ ਛੋਟੇ ਆ। ਔਰ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦੀਆਂ ਮੌਜੂਦ ਹਸਤੀਆਂ ਨੇ ਆਪਣੇ ਰਾਸ਼ਟਰੀ ਪੁਰਸਕਾਰ ਮੋੜਿਆ, ਕਿਸੇ ਨੂੰ ਪਦਮ ਭੂਸ਼ਣ ਮਿਲਿਆ, ਕਿਸੇ ਨੂੰ ਅਰਜਨ ਅਵਾਰਡ ਮਿਲਿਆ, ਕਿਸੇ ਨੂੰ ਨੈਸ਼ਨਲ ਅਵਾਰਡ ਮਿਲਿਆ। ਉਹਨਾਂ ਨੇ ਅਵਾਰਡ ਮੋੜੇ, ਪਰ ਉਦੋਂ ਬਾਅਦ ਉਹਨਾਂ ਨੇ ਵਧੀਆ ਰੋਸ ਆਪਣਾ ਪ੍ਰਗਟ ਕਰਨ ਦਾ ਉਹਨਾਂ ਦਾ ਤਰੀਕਾ ਸੀ। ਪਰ ਜਿਹੜਾ ਦੂਸਰਾ ਮੀਡੀਆ, ਜਿਹੜਾ ਸਰਕਾਰ ਦਾ ਮੀਡੀਆ, ਉਹ ਮੀਡੀਆ ਨੇ ਗੱਲ ਚੱਕੀ ਕਿ ਪੰਜਾਬ ਦੀਆਂ ਸ਼ਖਸੀਅਤਾਂ ਇਕੱਲੇ ਅਵਾਰਡ ਮੋੜ ਰਹੀਆਂ, ਨਾਲ ਰਾਸ਼ੀ ਨਹੀਂ ਮੋੜ ਰਹੀਆਂ। ਔਰ ਮੈਨੂੰ ਇਹ ਗੱਲ ਚੁਭੀ ਕਿ ਯਾਰ ਐਂ ਮਹਿਸੂਸ ਹੋਇਆ ਕਿ ਪੰਜਾਬ ਦੀ ਪਿੱਠ ਲੱਗੀ ਜਾਂਦੀ ਹੈ ਇਸ ਗੱਲ ਤੇ, ਨਿੱਕੀ ਜੀ ਗੱਲ ਤੇ। ਪੈਸੇ ਤਾਂ ਸਾਡੇ ਲਈ ਮਹਿਣੇ ਹੀ ਬਹੁਤ ਛੋਟੀ ਚੀਜ਼ ਆ, ਅਸੀਂ ਤਾਂ ਸਿਰ ਬਾਰਨ ਵਾਲੇ ਲੋਕ ਆ, ਇਸ ਕਰਕੇ ਪੈਸੇ ਤਾਂ ਸਾਡੀ ਜੀਵਨ ਦੇ ਵਿੱਚ ਨਿੱਕੀ ਗੱਲ ਹੈ। ਫਿਰ ਮੈਂ ਆਪਣੀ ਪੰਚਾਇਤ ਨਾਲ, ਆਪਣੇ ਪਿੰਡ ਦੇ ਲੋਕਾਂ ਨਾਲ ਵਿਚਾਰ ਕੀਤਾ ਕਿ ਜਿਹੜਾ ਆਪਾਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਨਰਿੰਦਰ ਮੋਦੀ ਵੱਲੋਂ ਔਰ ਦੇਸ਼ ਦੇ ਕ੍ਰਿਸ਼ੀ ਮੰਤਰੀ ਔਰ ਪੰਚਾਇਤ ਮੰਤਰੀ ਨਰਿੰਦਰ ਸਿੰਘ ਤੋਮਰ ਵੱਲੋਂ ਆਪਾਂ ਨੂੰ 2 ਅਵਾਰਡ ਮਿਲੇ ਆ ਔਰ ਨਾਲ 18 ਲੱਖ ਨਾਮੀ ਰਾਸ਼ੀ ਮਿਲੀ ਆ। ਆਪਾਂ ਯਾਰ ਅਵਾਰਡ ਵੀ ਮੋੜ ਗਏ ਤੇ ਰਾਸ਼ੀ ਵੀ ਮੋੜ ਗਏ ਵੀ ਪੰਜਾਬ ਦੀ ਪਿੱਠ ਨਾਲ ਲੱਗ ਜਾ। ਜੇ ਪੰਜਾਬ ਦੀ ਪੱਗ ਦਾ ਸਵਾਲ ਆ ਤੇ ਮੇਰੀ ਸਾਰੀ ਪੰਚਾਇਤ ਨੇ, ਮੈਂ ਧੰਨਵਾਦ ਆ ਉਹਨਾਂ ਦੀ ਪੰਚਾਇਤ ਦਾ, ਆਪਣੇ ਸਾਰੇ ਮੈਂਬਰ ਦਾ, ਸਮੁੱਚੀ ਪੰਚਾਇਤ ਦਾ ਔਰ ਆਪਣੇ ਪਿੰਡ ਦਾ, ਔਰ ਜਿਨ੍ਹਾਂ ਨੇ ਮੈਨੂੰ ਹੌਸਲਾ ਦਿੱਤਾ ਕਿ ਯਾਰ ਛੋਟੀਆਂ ਚੀਜ਼ਾਂ, ਜੇ ਆਪਣੇ ਕੋਲ 18 ਕਰੋੜ ਰੁਪਈਆ ਵੀ ਹੁੰਦਾ ਆਪਾਂ ਉਹ ਵੀ ਮੋੜ ਦਿੰਦੇ ਪੰਜਾਬ ਦੀ ਖਾਤਰ। ਔਰ ਅਸੀਂ ਨਰਿੰਦਰ ਸਿੰਘ ਤੋਮਰ ਦੇ ਦਫ਼ਤਰ ਦੇ ਵਿੱਚ ਜਾ ਕੇ ਉਹ ਅਵਾਰਡ ਅਸੀਂ ਵਾਪਸ ਕਰ ਆਏ ਆ ਔਰ ਲਿਖਤੀ ਰੂਪ ਚ ਉਹਨੂੰ 18 ਲੱਖ ਰੁਪਈਆ ਵਾਪਸ ਦੀ ਚਿੱਠੀ ਦੇ ਆਏ ਆ ਵੀ ਸਾਡਾ ਵਾਪਸ ਲਓ, ਕਿਉਂਕਿ ਸਾਡੇ ਪੰਜਾਬ ਦੀ ਸਵਾਲ ਆ। ਪੰਜਾਬ ਦੀ ਜਦੋਂ ਤੁਸੀਂ ਜਾ ਕੇ ਉਹਨਾਂ ਨੂੰ ਪੁਰਸਕਾਰ ਵਾਪਸ ਕੀਤਾ ਤੋਮਰ ਦੇ ਦਫ਼ਤਰ ਦੇ ਵਿੱਚ, ਉਹਨਾਂ ਦੇ ਹਾਵ ਭਾਵ ਕੀ ਸੀ, ਉਹਨਾਂ ਦਾ ਕਹਿਣਾ ਕੀ ਸੀਗਾ? ਅਸਲ ਅਸੀਂ ਇੱਕ 10 ਤਰੀਕ ਨੂੰ ਇੱਕ ਲੈਟਰ ਅਸੀਂ ਉਹਨਾਂ ਨੂੰ ਭੇਜੀ ਸੀ ਕਿ ਸਾਨੂੰ ਮਿਲਣ ਦਾ ਟਾਈਮ ਦਿੱਤਾ ਜਾਵੇ। ਕ੍ਰਿਸ਼ੀ ਮੰਤਰੀ ਔਰ ਪੰਚਾਇਤ ਮੰਤਰੀ ਨੇ ਸਾਨੂੰ ਕੋਈ ਜਵਾਬ ਨਾ ਦਿੱਤਾ ਸਾਡੀ ਲੈਟਰ ਦਾ। ਉਹਦੇ ਵਿੱਚ ਅਸੀਂ ਰੋਸ ਪ੍ਰਗਟ ਕੀਤਾ ਕਿ ਜਿਹੜੇ ਖੇਤੀ ਆਰਡੀਨੈਂਸ ਬਿੱਲ ਲੈ ਕੇ ਅਸੀਂ ਉਹਦੇ ਵਿਰੋਧ ਦੇ ਵਿੱਚ, ਉਹਦੇ ਰੋਸ ਵਜੋਂ ਅਸੀਂ ਆਪਣੇ ਪੁਰਸਕਾਰ ਵਾਪਸ ਕਰਨਾ ਹੈ, ਨਾਲ 18 ਲੱਖ ਰੁਪਈਆ ਰਾਸ਼ੀ ਵਾਪਸ ਕਰਨੀ, ਸਾਨੂੰ ਮਿਲਣ ਦਾ ਸਮਾਂ ਦਿਓ। ਪਰ ਉਹਨਾਂ ਨੇ ਸਾਨੂੰ ਕੋਈ ਮਿਲਣ ਦਾ ਸਮਾਂ ਨਹੀਂ ਦਿੱਤਾ। ਅਖੀਰ ਅਸੀਂ 2-4 ਦਿਨ ਵੇਟ ਕਰਨ ਤੋਂ ਬਾਅਦ ਅਸੀਂ ਜਾਣੀ ਕਿ ਉਹਦੇ ਦਫ਼ਤਰ ਦੇ ਵਿੱਚ, ਉਹਦੇ ਦਫ਼ਤਰੀ ਬਾਬੂਆਂ ਨੂੰ ਅਸੀਂ ਆਪਣੇ ਪੁਰਸਕਾਰ ਵਾਪਸ ਦੇ ਆਏ, ਨਾਲ ਲਿਖ ਕੇ ਦੇ ਆਏ ਕਿ ਸਾਡਾ 18 ਲੱਖ ਰੁਪਈਆ ਤੁਸੀਂ ਆ ਵਾਪਸ ਲਓ। ਕਹਿੰਦੇ ਕੀ ਉਹਨਾਂ ਨੇ? ਤੁਹਾਨੂੰ ਇਹ ਨਹੀਂ ਕਿਹਾ ਵੀ ਨਾ ਕਰੋ ਜਾਂ ਕਾਨੂੰਨ ਤਾਂ ਬਹੁਤ ਠੀਕ ਆ ਜਿਵੇਂ ਉਹ ਕਰਦੇ ਹੀ ਹੁੰਦੇ ਡਰਾਮਾ ਜਾਂ, ਤੁਹਾਨੂੰ ਕੁਝ ਕਿਹਾ ਕਿ ਨਹੀਂ? ਬਿਲਕੁਲ, ਉਹਨਾਂ ਨੇ ਮੈਨੂੰ ਕਿਹਾ। ਇੱਕ ਇਹੋ ਜਿਹਾ ਬੰਦਾ ਵੀ ਮੈਨੂੰ ਮਿਲਿਆ ਜਿਹਨੇ ਮੈਨੂੰ ਇਹ ਗੱਲ ਆਖੀ ਕਿ ਯਾਰ ਠੀਕ ਆ ਤੁਸੀਂ ਇਹ ਮੋੜ ਰਹੇ ਹੋ, ਇਹ ਇੱਕ ਟ੍ਰੈਂਡ ਚੱਲ ਪਿਆ। ਇਹ ਟ੍ਰੈਂਡ ਆ ਕੇ ਅੱਜ ਪੰਜਾਬ ਦੇ ਲੋਕ ਟ੍ਰੈਂਡ ਦੇ ਮੁਤਾਬਕ ਉਹ ਲਹਿਰ ਦੇ ਵਿੱਚ ਸ਼ਾਮਲ ਹੋ ਕੇ, ਜਨੂਨ ਦੇ ਵਿੱਚ ਸ਼ਾਮਲ ਹੋ ਕੇ ਤੁਸੀਂ ਆ ਕਰ ਰਹੇ ਹੋ। ਮੈਂ ਕਿਹਾ ਪਤੰਗਿਆਂ ਦਾ ਟ੍ਰੈਂਡ ਨਹੀਂ ਹੁੰਦਾ ਸ਼ਮਾ ਉੱਤੇ ਮੱਚਣ ਦਾ, ਉਹਨਾਂ ਦੇ ਖੂਨ 'ਚ ਹੁੰਦਾ। ਅਸੀਂ ਪੰਜਾਬੀ ਆ, ਅਸੀਂ ਸ਼ਮਾ ਉੱਤੇ ਬਲਣ ਵਾਲੇ ਆ, ਅਸੀਂ ਦੇਸ਼ ਦੀ ਸ਼ਮਾ ਉੱਤੇ ਬਲ ਕੇ ਅਸੀਂ ਦੇਸ਼ ਨੂੰ ਆਜ਼ਾਦ ਕਰਾਇਆ। ਇਹ ਸਾਡੇ ਲਈ ਬਹੁਤ ਛੋਟੀਆਂ ਚੀਜ਼ਾਂ। ਉਹ ਫਿਰ ਮੈਨੂੰ ਕਹਿੰਦਾ ਤੇਰੇ ਤੇ ਕੋਈ ਕਾਰਵਾਈ ਵੀ ਹੋ ਸਕਦੀ ਆਉਣ ਵਾਲੇ ਸਮੇਂ 'ਚ। ਉਹ ਮੈਂ ਕਿਹਾ ਜੇ ਸਾਨੂੰ ਸੂਲੀ ਵੀ ਚੜ੍ਹਨਾ ਪਿਆ ਪੰਜਾਬ ਦੀ ਖਾਤਰ, ਹੀ ਸੂਲੀ ਚੜ੍ਹਨ ਨੂੰ ਤਿਆਰ ਆ। ਕਾਰਵਾਈਆਂ ਤਾਂ ਬਹੁਤ ਛੋਟੀ ਚੀਜ਼ ਆ। ਪਰ ਵੀਰ ਜੀ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਸਿਹਤ ਦੇ ਉੱਪਰ ਕੋਈ ਅਸਰ ਹੋਏਗਾ ਜਿਸ ਤਰੀਕੇ ਦੇ ਨਾਲ ਲੋਕਾਂ ਦਾ ਰੋਸ ਵੱਧਦਾ ਜਾ ਰਿਹਾ ਹੈ, ਪੁਰਸਕਾਰ ਵਾਪਸ ਹੋ ਰਹੇ ਨੇ, ਉਹਨਾਂ ਦੀ ਸਿਹਤ ਤੇ ਕੋਈ ਅਸਰ ਹੋ ਰਿਹਾ ਇਸ ਚੀਜ਼ ਦਾ ਜਾਂ ਨਹੀਂ? ਜਦੋਂ ਸ਼ੇਰ ਦਹਾੜਦਾ ਨਾ, ਉਹਦੀ ਦਹਾੜ ਤੋਂ ਸਾਰਾ ਜੰਗਲ ਸਹਿਮ ਜਾਂਦਾ। ਇਸ ਕਰਕੇ ਅੱਜ ਸਹਿਮੇ ਹੋਏ ਆ। ਅੱਜ ਪੰਜਾਬ ਦੇ ਸ਼ੇਰ ਦਿੱਲੀ ਵਿੱਚ ਅੱਜ ਗਰਜ ਰਹੇ ਆ, ਦਿਹਾੜ ਰਹੇ ਆ, ਸਰਕਾਰ ਨੂੰ ਦੱਸ ਰਹੇ ਆ ਅਸੀਂ ਉਹ ਪੰਜਾਬੀ ਆ, ਅਸੀਂ ਉਹ ਪੰਜਾਬ ਦੇ ਪੁੱਤ ਆ ਜਿਹੜੇ ਪੰਜਾਬ ਦੇ ਪੁੱਤਾਂ ਦੇ ਖੂਨ ਦੇ ਵਿੱਚ ਸ਼ਾਮਾਂ ਉੱਤੇ ਬਾਲਣ ਦੀ ਹਿੰਮਤ ਆ। ਅਸੀਂ ਉਹ ਪੁੱਤ ਦੇ ਵਾਰਸਾਂ ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਹੋਣਾ ਦੇ ਜਿਹੜੇ ਫਾਂਸੀ ਵਾਲੇ ਤਖਤੇ ਤੇ ਚੜ੍ਹ ਕੇ ਸਾਡੀ ਦੇਸ਼ ਦੀ ਆਜ਼ਾਦੀ ਦੀ ਖਾਤਰ
ਇਹ ਤਾਂ ਬਹੁਤ ਛੋਟੀਆਂ ਚੀਜ਼ਾਂ ਜੀ। ਬਾਈ ਜੀ ਇਹ ਦੱਸੋ ਵੀ ਸਾਨੂੰ ਤਾਂ ਜਾਣਕਾਰੀ ਹੈਗੀ ਆ ਤੁਹਾਡੇ ਪਿੰਡ ਦੀ ਪੰਚਾਇਤ ਨੇ ਤਾਂ ਤੁਸੀਂ ਕੀ ਕੁਝ ਕੀਤਾ, ਪਰ ਜਿਹੜੇ ਬਾਕੀ ਪਿੰਡਾਂ ਦੇ ਸਰਪੰਚਾਂ ਨੂੰ, ਬਾਕੀ ਪਿੰਡਾਂ ਦੀ ਪੰਚਾਇਤ ਨੂੰ, ਵਿਦੇਸ਼ਾਂ ਦੇ ਵਿੱਚ ਬੈਠੇ ਭੈਣਾਂ ਵੀਰਾਂ ਨੂੰ ਵੀ ਪਤਾ ਲੱਗ ਜੇ ਵੀ ਰਣਸੀਂਹ ਕਲਾਂ ਦੀ ਪੰਚਾਇਤ ਕੀ ਕੁਝ ਕਰਦੀ, ਕਿਹੜੇ-ਕਿਹੜੇ ਉਦਮ ਕੀਤੇ ਤੇ ਕਿਹੜੇ-ਕਿਹੜੇ ਕਰਨ ਜਾ ਰਹੇ ਹੋ। ਮੈਂ ਸਭ ਤੋਂ ਪਹਿਲਾਂ ਤਾਂ ਪੰਜਾਬ ਦੇ ਬੜੇ ਮਹਾਨ ਪੱਤਰਕਾਰ ਸਵਰਨ ਸਿੰਘ ਟਹਿਣਾ ਦਾ ਤਹਿ ਦਿਲੋਂ ਧੰਨਵਾਦ ਆ, ਮਸ਼ਕੂਰ ਆ ਕਿ ਜਿਨ੍ਹਾਂ ਨੇ ਆਪਦੇ ਚੱਜ ਦੇ ਵਿਚਾਰ ਦੇ ਵਿੱਚ ਇੱਕ ਵਾਰ ਨਹੀਂ ਅਨੇਕਾਂ ਵਾਰ ਸਾਡੇ ਪਿੰਡ ਦੀ ਗੱਲ ਕੀਤੀ ਹੈ। ਔਰ ਮੈਨੂੰ ਇਸ ਗੱਲ ਦਾ ਬੜਾ ਮਾਣ ਹੁੰਦਾ ਕਿ ਜਿਹੜਾ ਰਣਸੀਂਹ ਕਲਾਂ ਕੰਮ ਕਰਦਾ ਹੈ। ਰਣਸੀਂਹ ਕਲਾਂ ਪਿੰਡ ਇੱਕ ਨਿਵੇਕਲਾ ਪਿੰਡ ਆ ਜਿਹੜਾ ਨਾਅਰਿਆਂ ਵਿੱਚ ਨਹੀਂ ਵਿਸ਼ਵਾਸ ਰੱਖਦਾ, ਕੰਮ ਵਿੱਚ ਵਿਸ਼ਵਾਸ ਰੱਖਦਾ। ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਮੇਰੇ ਪਿੰਡ ਦੇ ਰੱਬ ਵਰਗੇ ਲੋਕ ਜਿਹੜੇ ਮੇਰੇ ਲਈ ਬੈਂਕ ਆ ਤੇ ਮੇਰੀ ਸਰਕਾਰ ਆ, ਉਹਨਾਂ ਨੇ ਹਮੇਸ਼ਾ ਹੀ ਜੋ ਵੀ ਮੈਂ ਕੰਮ ਸ਼ੁਰੂ ਕੀਤਾ ਉਹਦੇ ਵਿੱਚ ਯੋਗਦਾਨ ਪਾਇਆ ਔਰ ਆਪਣੀ ਸਮਰੱਥਾ ਤੋਂ ਜ਼ਿਆਦਾ ਪਾਇਆ। ਔਰ ਇਹੋ ਜਿਹੇ ਕੰਮ ਕੀਤੇ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦਾ 2014 'ਚ ਮੈਂ ਦੇਸ਼ ਨੂੰ ਸਵੱਛ ਕਰਨਾ, ਸਵੱਛ ਕਰਨ ਦੇ ਨਾਅਰੇ ਮਾਰੇ ਜਾਂਦੇ ਆ, ਕੰਧਾਂ ਤੇ ਸਲੋਗਨ ਲਿਖੇ ਜਾਂਦੇ ਆ, ਹਰੇਕ ਥਾਂ ਤੇ ਗਾਂਧੀ ਜੀ ਦੀਆਂ ਐਨਕਾਂ ਲਾਈਆਂ ਜਾਂਦੀਆਂ, ਸਵੱਛ ਭਾਰਤ ਦਾ ਲੋਗਨ ਲਾਂਚ ਕੀਤਾ ਜਾਂਦਾ, ਪਰ ਸਵੱਛ ਕਿਤੇ ਨਹੀਂ, ਸਵੱਛਤਾ ਕਿਸੇ ਨਹੀਂ ਦੇਖ ਰਹੀ। ਔਰ ਰਣਸੀਂਹ ਕਲਾਂ ਵਿਸ਼ਵਾਸ ਰੱਖਦਾ ਕੰਮ 'ਚ। ਅਸੀਂ ਆਪਣੇ ਪਿੰਡ ਨੂੰ ਗੰਦੇ ਪਾਣੀ ਤੋਂ ਮੁਕਤ ਕਰਨ ਦੀ ਖਾਤਰ, ਆਪਣੇ ਪਿੰਡ ਨੂੰ ਸਵੱਛ ਕਰਨ ਦੀ ਖਾਤਰ ਅਸੀਂ ਆਪਣੇ ਸਾਰੇ ਪਿੰਡ ਵਿੱਚ ਅਸੀਂ ਸੀਵਰੇਜ ਪਾਇਆ। ਅੱਜ ਰਣਸੀਂਹ ਕਲਾਂ ਬਿਲਕੁਲ ਗੰਦੇ ਪਾਣੀ ਤੋਂ ਮੁਕਤ ਆ, ਡਰਾਈ ਹੋ ਚੁੱਕਿਆ। ਔਰ ਇਕੱਲਾ ਇੱਥੇ ਹੀ ਬਸ ਨਹੀਂ, ਅਸੀਂ ਉਹ ਗੰਦੇ ਪਾਣੀ ਨੂੰ ਟਰੀਟ ਕਰਨ ਲਈ ਟਰੀਟਮੈਂਟ ਪਲਾਂਟ ਲਾਇਆ ਔਰ ਕੱਲਾ ਇੱਕ ਇੱਕ ਬੂੰਦ ਰਣਸੀਂਹ ਕਲਾਂ ਦੀ ਟਰੀਟ ਹੁੰਦੀ ਹੈ। ਟਰੀਟ ਹੋਣ ਤੋਂ ਬਾਅਦ 100 ਏਕੜ ਖੇਤੀ ਕਰਨ ਲਈ ਦਿੱਤੀ ਜਾਂਦੀ ਆ। ਔਰ ਜਿਹੜੇ ਗੰਦੇ ਛੱਪੜ ਹੋ ਗਏ ਸਾਡੇ, ਜਿਨ੍ਹਾਂ ਨੂੰ ਅਸੀਂ ਆਪ ਹੀ ਗੰਦੇ ਕੀਤਾ ਸੀ, ਅਸੀਂ ਆਪ ਹੀ ਇਹ ਪਰਨ ਕੀਤਾ ਕਿ ਅਸੀਂ ਆਪਣੇ ਛੱਪੜਾਂ ਨੂੰ ਖੂਬਸੂਰਤ ਬਣਾਉਣਾ। ਅੱਜ ਰਣਸੀਂਹ ਕਲਾਂ ਦਾ ਜਿਹੜਾ ਛੱਪੜ ਆ, ਛੱਪੜ ਨਹੀਂ ਜਿਵੇਂ ਚੰਡੀਗੜ੍ਹ ਦੀ ਇੱਕ ਸੁਖਨਾ ਝੀਲ ਆ, ਲੇਕ ਹੈ, ਸਾਡਾ ਰਣਸੀਂਹ ਕਲਾਂ ਦੇ ਵਿੱਚ ਸਾਡੀ ਇੱਕ ਲੇਕ ਬਣਾਈ ਆ। ਇੱਥੇ ਹੀ ਬਸ ਨਹੀਂ, ਅਸੀਂ ਆਪਣੇ ਪਿੰਡ ਵਿੱਚ ਖੂਬਸੂਰਤ ਪਾਰਕ ਬਣਾਇਆ, ਹੋਰ ਪਾਰਕ ਬਣਾ ਰਹੇ ਹਾਂ। ਅਨੇਕਾਂ ਕੰਮ ਕੀਤੇ ਆ, ਪਿੰਡ ਨੂੰ ਇੰਟਰਲੋਕ ਟਾਈਲਾਂ ਨਾਲ ਪੱਕਾ ਕੀਤਾ। ਔਰ ਇਸੇ ਤਰ੍ਹਾਂ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੇ 2 ਅਕਤੂਬਰ 2019 ਨੂੰ ਗਾਂਧੀ ਜਯੰਤੀ ਵਾਲੇ ਦਿਨ ਇੱਕ ਨਾਅਰਾ ਦਿੱਤਾ ਸੀ ਦੇਸ਼ ਨੂੰ ਕਿ ਦੇਸ਼ ਨੂੰ ਪਲਾਸਟਿਕ ਮੁਕਤ ਕਰਨਾ। ਤੁਸੀਂ ਉਹ ਵੀ ਨਾਅਰੇ ਹੀ ਦੇਖੇ ਆ, ਇਕੱਲੇ ਹੋਰ ਕੁਝ ਨਹੀਂ ਕੀਤਾ। ਇਕੱਲੇ ਮੋਦੀ ਜੀ ਇਕੱਲੀ ਬੌਕਰ ਲਈ ਖੜਿਆ, ਕੀਤਾ ਕੁਝ ਨਹੀਂ, ਬਸ ਉਹ ਵੀ ਮੈਟ ਉੱਤੇ ਇਕੱਲੇ ਲਿਫਾਫੇ ਸਿੱਟ ਕੇ, ਹੋਰ ਕਚਰਾ ਸਿੱਟ ਕੇ ਇਕੱਠਾ ਕਰ ਰਹੇ ਆ, ਲੋਕਾਂ ਨੂੰ ਜਾਗਰਤ ਕਰ ਰਹੇ ਆ। ਇਸ ਤਰ੍ਹਾਂ ਥੋੜ੍ਹਾ ਪਹਿਲਾਂ ਸਿਰ ਦੇਣਾ ਪੈਂਦਾ, ਫਿਰ ਕੁਝ ਹੁੰਦਾ। ਔਰ ਰਣਸੀਂਹ ਕਲਾਂ ਨੇ ਉਸ ਗੱਲ ਨੂੰ ਚੈਲੰਜ ਸਮਝਿਆ ਕਿ ਅਸੀਂ ਕੰਮ ਕਰਨਾ, ਅਸੀਂ ਇਕੱਲੀਆਂ ਤਸਵੀਰਾਂ ਨਹੀਂ ਖਿਚਾਉਣੀਆਂ, ਅਸੀਂ ਕੰਮ ਕਰਕੇ ਵਿਖਾਉਣਾ। ਰਣਸੀਂਹ ਕਲਾਂ ਨੇ ਕੰਮ ਕੀਤਾ ਕਿ ਪਿੰਡ ਦੇ ਲੋਕਾਂ ਨੂੰ ਆਖਿਆ ਤੁਸੀਂ ਸਾਡੇ ਕੋਲੇ ਗੰਦੇ ਲਿਫਾਫੇ ਲੈ ਕੇ ਆਓ, ਸਾਡੇ ਕੋਲੇ ਪਲਾਸਟਿਕ ਦਾ ਸਮਾਨ ਲਿਆਓ ਜਿਹੜਾ ਕਚਰਾ ਬਣ ਜਾਂਦਾ, ਅਸੀਂ ਉਹਦੇ ਬਦਲੇ ਤੁਹਾਨੂੰ ਖੰਡ ਦੇਵਾਂਗੇ। ਜੇ ਕੋਈ ਖੰਡ ਨਹੀਂ ਲੈਣੀ ਚਾਹੁੰਦਾ ਅਸੀਂ ਗੁੜ ਦੇਵਾਂਗੇ, ਗੁੜ ਨਹੀਂ ਲੈਣਾ ਚਾਹੁੰਦਾ ਅਸੀਂ ਉਹਨੂੰ ਕਣਕ ਦੇ ਚਾਵਲ ਦੇਵਾਂਗੇ, ਪਰ ਸਾਨੂੰ ਇਹ ਪਲਾਸਟਿਕ ਦੇ ਜੋ, ਜਿਸ ਦੇ ਬਦਲੇ ਸਾਡਾ ਪਿੰਡ ਜਾਣੀ ਕਿ ਅੱਜ ਪਲਾਸਟਿਕ ਮੁਕਤ ਤੋਂ ਹੋਣ ਵਾਲੇ ਪਾਸੇ ਜਾ ਰਿਹਾ, ਜਿਹਦੇ ਕਰਕੇ ਸਾਨੂੰ ਅਵਾਰਡ ਵੀ ਮੈਂ ਸਮਝਦਾ ਇਹਨਾਂ ਕੰਮਾਂ ਕਰਕੇ ਮਿਲੇ। ਦੇਸ਼ ਦੇ ਵਿੱਚੋਂ ਪਹਿਲਾ ਪਿੰਡ ਸੀ ਜਿੱਥੇ ਪਲਾਸਟਿਕ ਮੁਕਤ ਕਰਨ ਦੀ ਇਹੋ ਜਿਹੀ ਮੁਹਿੰਮ ਚਲਾਈ ਗਈ ਸੀ। ਵੀਰ ਜੀ ਕਿੰਨੇ ਕੁ ਲੋਕ ਹੁਣ ਤੱਕ ਮਤਲਬ ਤੁਹਾਡੇ ਪਿੰਡ ਦੇ, ਜਦੋਂ ਤੁਸੀਂ ਇਹ ਗੱਲ ਛੇੜੀ ਕਿ ਪਲਾਸਟਿਕ ਸਾਡੇ ਕੋਲ ਲੈ ਕੇ ਆਓ, ਉਹਦੇ ਬਦਲੇ ਦੇ ਵਿੱਚ ਖੰਡ ਜਾਂ ਚੌਲ ਲੈ ਕੇ ਜਾਓ, ਕਿੰਨੇ ਕੁ ਲੋਕ ਤੁਹਾਡੇ ਕੋਲ ਆਏ? ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਆ ਕਿ ਜਿਵੇਂ ਬਾਬੇ ਫਰੀਦ ਦੀ ਮਾਂ ਨੇ ਆਪਣੇ ਪੁੱਤ ਫਰੀਦ ਨੂੰ ਮਿੱਠੇ ਗੁੜ ਦਾ, ਖੰਜੂਰਾਂ ਦਾ ਲਾਲਚ ਦੇ ਕੇ ਉਹਨੂੰ ਖੁਦਾ ਦੀ ਨਵਾਜ਼ ਅਦਾ ਕਰਨ ਲਾਇਆ ਸੀ, ਅਸੀਂ ਵੀ ਆਪਣੇ ਪਿੰਡ ਨੂੰ ਇਸ ਮਿੱਠੇ ਤੋਂ ਲਾਲਚ ਦੇ ਵਿੱਚ ਸ਼ੁਰੂ ਕਰਕੇ ਅੱਜ ਉਸ ਪਾਸੇ ਨੂੰ ਲਿਜਾ ਰਹੇ ਹਾਂ ਜਿੱਥੇ ਬਾਬੇ ਫਰੀਦ ਦੀ ਵੀ ਇਹ ਬਸਤਾ ਬਣ ਗਈ ਸੀ ਕਿ ਫਰੀਦਾ ਸ਼ੱਕਰ ਖੰਡ ਨਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਬਸਤਾ ਮਿੱਠੀਆਂ ਪਰ ਰੱਬ ਨਾ ਪੁੱਜਣ ਤੁੱਧ। ਬਾਬੇ ਫਰੀਦ ਨੂੰ ਫਿਰ ਉਹ ਫਿੱਕਾ ਲੱਗਣ ਲੱਗ ਗਏ ਸੀ ਸਾਰੇ ਜਿਹੜੇ ਪਦਾਰਥ ਸੀ ਦਿਨਾਵੀ, ਔਰ ਉਹਨੂੰ ਰੱਬ ਦਾ ਨਾਮ ਮਿੱਠਾ ਲੱਗਣ ਲੱਗ ਗਿਆ ਸੀ। ਸਾਡੀ ਲਹਿਰ ਜਿਹੜੀ ਮਿੱਠੇ ਤੋਂ ਸ਼ੁਰੂ ਕੀਤੀ ਗਈ ਆ ਔਰ ਸਾਡੇ ਲੋਕ ਅੱਜ ਇੰਨੇ ਜਾਗਰਤ ਹੋ ਰਹੇ, ਸਾਡੇ ਪਿੰਡ ਦਾ ਹਰੇਕ ਪਰਿਵਾਰ ਸਾਡੇ ਨਾਲ ਜੁੜਿਆ ਹੋਇਆ ਔਰ ਜੁੜ ਕੇ ਅੱਜ ਜ਼ਿੰਮੇਵਾਰੀ ਸਮਝ ਰਿਹਾ ਕਿ ਇਹ ਇੱਕ ਲਾਲਚ ਦੇ ਤੌਰ ਤੋਂ ਸ਼ੁਰੂ ਕੀਤੀ ਗਈ ਗੱਲ ਆ, ਅਸੀਂ ਪਲਾਸਟਿਕ ਤੋਂ ਮੁਕਤ ਕਿਵੇਂ ਹੋਣਾ, ਇਸ ਕਰਕੇ ਹਰੇਕ ਸਾਡਾ ਪਿੰਡ ਦਾ ਪਰਿਵਾਰ ਅੱਜ ਮੁਕਤ ਹੋ ਰਿਹਾ ਪਲਾਸਟਿਕ ਤੋਂ। ਤੇ ਵੀਰ ਜੀ ਵਿਧਵਾਵਾਂ ਨੂੰ ਜਿਹੜੀ ਤੁਸੀਂ ਸਹੂਲਤਾਂ ਦੇ ਰਹੇ ਹੋ ਉਹਦੇ ਬਾਰੇ 'ਚ ਵੀ ਜ਼ਰੂਰ ਚਾਨਣ। ਅਸਲ ਐਤਕੀ ਅਸੀਂ 28 ਅਕਤੂਬਰ ਨੂੰ ਅਸੀਂ ਹਰ ਸਾਲ ਜਿਹੜੀ ਗ੍ਰਾਮ ਸਭਾ ਪਿੰਡ ਦੀ ਕਰਦੇ ਹਾਂ, ਜਿੱਥੇ ਸਾਡੇ ਪਿੰਡ ਦੀ ਪਾਰਲੀਮੈਂਟ ਹੁੰਦੀ ਆ ਔਰ ਚਰਚਾ ਕਰਦੇ ਹਾਂ। ਸਾਡੇ ਪਿੰਡ ਦੇ ਵਿੱਚ ਲੋਕ ਡੀਕਦੇ ਆ, ਜਿਵੇਂ ਕਿਸੇ ਤਿਉਹਾਰ ਨੂੰ ਡੀਕਿਆ ਜਾਂਦਾ ਉਵੇਂ ਸਾਡੀ ਗ੍ਰਾਮ ਸਭਾ ਨੂੰ ਡੀਕਿਆ ਜਾਂਦਾ, ਕਿਉਂਕਿ ਅਸੀਂ ਗ੍ਰਾਮ ਸਭਾ ਦੇ ਵਿੱਚ ਏਕ ਨਹੀਂ ਅਨੇਕਾਂ ਤਰ੍ਹਾਂ ਦੇ ਲੋਕਾਂ ਲਈ ਕੰਮ ਕਰਦੇ ਹਾਂ। ਉਹ ਕੰਮ ਕਰਦੇ ਹਾਂ ਜਿਹੜੀਆਂ ਸਰਕਾਰਾਂ ਨਹੀਂ ਕਰਦੀਆਂ। ਤੁਸੀਂ ਪੈਨਸ਼ਨਾਂ ਦੀ ਗੱਲ ਕੀਤੀ ਆ, ਸਾਡੀਆਂ ਲੋਕਾਂ ਦੀਆਂ ਜੁੱਤੀਆਂ ਟੁੱਟ ਜਾਂਦੀਆਂ ਦਫ਼ਤਰਾਂ 'ਚ ਗੇੜੇ ਮਾਰ ਕੇ, ਬੰਦੇ ਜਹਾਨ ਤੋਂ ਕੂਚ ਕਰ ਜਾਂਦੇ ਆ ਪਰ ਪੈਨਸ਼ਨ ਨਹੀਂ ਮਿਲਦੀ। ਅਸੀਂ ਫੈਸਲਾ ਕੀਤਾ ਕਿ ਜਿਹੜੇ ਸਾਡੇ ਪਿੰਡ ਦੀਆਂ ਲੋੜਵੰਦ ਔਰਤਾਂ ਜਾਂ ਲੋੜਵੰਦ ਵਿਅਕਤੀ ਆ ਔਰ ਜਿਨ੍ਹਾਂ ਦੀਆਂ ਪੈਨਸ਼ਨਾਂ ਹਜੇ ਤੱਕ ਨਹੀਂ ਲੱਗੀਆਂ, ਅਸੀਂ ਉਹਨਾਂ ਨੂੰ 750 ਰੁਪਇਆ ਮਹੀਨਾ ਜਾਣੀ ਕਿ ਦੇਵਾਂਗੇ ਔਰ ਦੇਣ ਲਈ ਅਸੀਂ ਕਾਰਡ ਬਣਾ ਕੇ ਬਕਾਇਦਾ ਉਦੋਂ ਅਸੀਂ ਉਹਨਾਂ ਨੂੰ ਸ਼ੁਰੂ ਕਰ ਦਿੱਤੀਆਂ। ਔਰ ਨਾਲ ਹੀ ਇੱਥੇ ਬਸ ਨਹੀਂ ਕਿ ਜਿਹੜੇ ਬੰਦੇ ਲੋੜਵੰਦ ਆ, ਗਰੀਬ ਆ, ਸਾਡੀ ਗ੍ਰਾਮ ਸਭਾ ਦੇ ਮੈਂਬਰ ਆ, ਉਹ ਬੰਦਿਆਂ ਦੀ ਜੇ ਕਿਤੇ ਉਹਨਾਂ ਨੂੰ ਕਦੇ ਐਕਸੀਡੈਂਟ ਹੋ ਜਾਂਦਾ ਜਾਂ ਕੋਈ ਮੇਜਰ ਬਿਮਾਰੀ ਲੱਗ ਜਾਂਦੀ ਆ,
ਉਹਨਾਂ ਦਾ ਇਲਾਜ ਕਰਾਉਣ ਲਈ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ, ਅਸੀਂ ਉਹਨਾਂ ਦਾ 1 ਰੁਪਏ ਵਿੱਚ 1 ਲੱਖ ਰੁਪਏ ਦਾ ਬੀਮਾ ਯੋਜਨਾ, ਸਿਹਤ ਬੀਮਾ ਯੋਜਨਾ ਸ਼ੁਰੂ ਕੀਤਾ, ਜਿਹੜਾ ਨਿਵੇਕਲਾ ਕੰਮ ਆ ਰਣਸੀਂਹ ਕਲਾਂ। ਇੱਥੇ ਹੀ ਬਸ ਨਹੀਂ ਕਿ ਸਾਡੀਆਂ ਸਰਕਾਰਾਂ ਇਹ ਕਹਿੰਦੀਆਂ ਕਿਸਾਨਾਂ ਨੂੰ ਕਿ ਪਰਾਲੀ ਨਾ ਜਲਾਓ, ਜੇ ਜਲਾਓਗੇ ਤੁਹਾਨੂੰ 1 ਕਰੋੜ ਰੁਪਏ ਦਾ ਜੁਰਮਾਨਾ ਕਰ ਦਾਂਗੇ, 5 ਸਾਲ ਦੀ ਸਜ਼ਾ ਕਰ ਦਾਂਗੇ। ਪਰ ਰਣਸੀਂਹ ਕਲਾਂ ਕਹਿੰਦਾ ਅਸੀਂ ਤੁਹਾਨੂੰ ਜੁਰਮਾਨਾ ਨਹੀਂ ਕਰਨਾ, ਅਸੀਂ ਡੰਡੇ ਨਾਲ ਨਹੀਂ ਤੁਹਾਨੂੰ ਉਠਾਉਣਾ, ਅਸੀਂ ਉਹਨਾਂ ਲਈ ਬਦਲ ਦਿੰਨੇ ਆ। ਰਣਸੀਂਹ ਕਲਾਂ ਨੇ ਆਖਿਆ ਜਿਹੜੇ ਛੋਟੇ ਕਿਸਾਨ ਆ, ਅਸੀਂ ਨਿੱਕੇ ਕਿਸਾਨਾਂ ਨੂੰ ਜਿਹੜੇ ਨਹੀਂ ਪਰਾਲੀ ਨੂੰ ਜਲਾਉਣਗੇ, ਅਸੀਂ ਉਹਨਾਂ ਨੂੰ 500 ਰੁਪਇਆ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵਾਂਗੇ। ਔਰ ਦੇਖੋ ਨਿਵੇਕਲੀਆਂ ਗੱਲਾਂ ਇੱਥੇ ਹੀ ਬਸ ਨਹੀਂ, ਅਸੀਂ ਪਿਛਲੇ ਸਾਲ 5 ਲੱਖ ਰੁਪਏ ਦੇ ਰਣਸੀਂਹ ਕਲਾਂ ਦੀ ਪੰਚਾਇਤ ਨੇ ਕਿਸਾਨਾਂ ਨੂੰ ਸੰਦ ਲਿਆ ਕੇ ਦਿੱਤੇ ਕਿ ਤੁਸੀਂ ਇਹ ਸੰਦ ਵਰਤੋ, ਅੱਗ ਨਾ ਲਾਇਓ ਪਰਾਲੀ ਨੂੰ। ਔਰ 1 ਏਕੜ ਵੀ ਰਣਸੀਂਹ ਕਲਾਂ 2019 ਦੇ ਵਿੱਚ ਨਹੀਂ ਜਲਾਇਆ ਗਿਆ। ਔਰ ਪੰਜਾਬ ਦਾ ਪਹਿਲਾ ਪਿੰਡ ਸੀ ਰਣਸੀਂਹ ਕਲਾਂ ਜਿੱਥੇ 1 ਏਕੜ ਨੂੰ ਵੀ ਯਾਨੀ ਕਿ ਅੱਗ ਨਹੀਂ ਲਾਈ ਗਈ ਸੀ। ਬਹੁਤ ਚੰਗਾ ਲੱਗਾ ਬਾਈ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਤੁਹਾਡੀ ਪੰਚਾਇਤ ਤੇ ਤੁਸੀਂ ਜਿਵੇਂ ਕੰਮ ਕਰਦੇ ਹੋ, ਸਾਰੇ ਪਿੰਡਾਂ ਦੀਆਂ ਪੰਚਾਇਤਾਂ ਇਵੇਂ ਹੀ ਕੰਮ ਕਰਨ। ਬਹੁਤ ਸਾਰੀਆਂ ਪੰਚਾਇਤਾਂ ਕਰਦੀਆਂ ਵੀ ਆ, ਉਹਨਾਂ ਦੇ ਉੱਤੇ ਸਾਨੂੰ ਮਾਣ ਆ, ਪਰ ਜਿਹੜੀਆਂ ਨਹੀਂ ਕਰਦੀਆਂ ਉਹਨਾਂ ਨੂੰ ਸੁਨੇਹਾ ਜ਼ਰੂਰ ਤੁਹਾਡੇ ਕੋਲੋਂ ਲੈਣਾ ਚਾਹੀਦਾ। ਬੜੀ ਮਿਹਰਬਾਨੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਜੀ। ਇਹ ਸਨ ਰਣਸੀਂਹ ਕਲਾਂ ਪਿੰਡ ਤੋਂ ਸਰਪੰਚ ਮਿੰਟੂ ਹੋਰੀ ਤੇ ਹਰਮਨ ਜੀ। ਹੁਣ ਆਪਾਂ ਆਗਿਆ ਲਈਏ ਤੇ ਪ੍ਰੋਗਰਾਮ ਦੀ ਸਮਾਪਤੀ ਦਾ ਵੇਲਾ ਹੋ ਚੱਲਿਆ ਜੀ। ਸੋ ਫਿਲਹਾਲ ਦੇ ਲਈ ਪ੍ਰੋਗਰਾਮ ਇੱਥੇ ਹੀ ਸਮੇਟਦੇ ਹਾਂ ਜੀ, ਜਾਣ ਦਾ ਹੋ ਗਿਆ ਵੇਲਾ। ਸਾਨੂੰ ਦੋਵਾਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਜੱਜ ਦਾ ਵਿਚਾਰ।